ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਨੇ ਕਿਵੇਂ ਸਾਨੂੰ ਇੱਕ ਸ਼ਬਦ ਨੂੰ ਸ਼ਾਇਦ ਮੈਂ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਲੇਅਰ ਬਾਏ ਲੇਅਰ ਕੰਸਟਰਕਟ ਕੀਤਾ ਹੈ ਨਾ। ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਤੁਹਾਨੂੰ ਕਰਮ ਕਾਂਡਾਂ ਦੇ ਜਾਲ 'ਚੋਂ ਕੱਢਿਆ, ਫਿਰ ਉਹਨਾਂ ਤੁਹਾਨੂੰ ਦੱਸਿਆ ਕਿ ਤੁਸੀਂ ਜਿਸ ਤਰੀਕੇ ਦਾ ਅਗਰ ਤੁਸੀਂ ਆਪਣੇ ਸਰੀਰ ਦੇ ਉੱਤੇ ਕੋਈ ਦੁੱਖ ਝੱਲ ਕੇ ਸੋਚਦੇ ਹੋ ਮੈਂ ਪਰਮਾਤਮਾ ਨੂੰ ਪਾ ਲੂੰਗਾ, ਜਾਂ ਤੁਸੀਂ ਦਾਨ ਬਹੁਤ ਵੱਡੇ ਦਾਨੀ ਹੋ ਕੇ ਸੋਚਦੇ ਹੋ ਮੈਂ ਰੱਬ ਨੂੰ ਪਾ ਲੂੰਗਾ, ਜਾਂ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਦੇ ਹੋ ਕਿ ਮੈਂ ਬੁੱਧੀ ਦੇ ਨਾਲ ਪਰਮਾਤਮਾ ਨੂੰ ਪਾਲੂੰਗਾ, ਤੇ ਤਿੰਨੇ ਹੀ ਰਸਤੇ ਗਲਤ ਨੇ। ਫਿਰ ਤੁਹਾਡੇ ਦਿਮਾਗ 'ਚ ਆਉਂਦਾ ਕਿ ਮੈਂ ਬੁੱਧੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਦੇਖੋ, ਜੋ ਕੁਝ ਵੀ ਗ੍ਰੰਥਾਂ ਦੇ ਵਿੱਚ ਲਿਖਿਆ, ਵੇਦਾਂ ਦੇ ਵਿੱਚ ਲਿਖਿਆ, ਜਾਂ ਕਿਤੇ ਵੀ ਲਿਖਿਆ, ਜਾਂ ਕਿਸੇ ਦੀ ਬਾਈਬਲ 'ਚ ਲਿਖਿਆ, ਜਾਂ ਕੁਰਾਨ ਸ਼ਰੀਫ 'ਚ ਲਿਖਿਆ, ਤੁਸੀਂ ਉਹਨੂੰ ਸਮਝਣ ਲਈ ਬੁੱਧੀ ਤਾਂ ਲਾ ਸਕਦੇ ਆ। ਤੁਸੀਂ ਇਹ ਤਾਂ ਸੋਚ ਸਕਦੇ ਕਿ ਮੈਂ ਇੰਟਰਪ੍ਰੈਟ ਕਰ ਲਾਂ ਜਾਂ ਮੈਂ ਉਹਨੂੰ ਫੋਲੋ ਕਰਨ ਲਈ ਆਪਣੀ ਬੁੱਧੀ ਲਾਵਾਂ, ਪਰ ਜੇ ਤੁਸੀਂ ਇਹ ਸੋਚੋ ਕਿ ਮੈਂ ਚਲਾਕੀ ਦੇ ਨਾਲ ਪਰਮਾਤਮਾ ਨੂੰ ਪਾ ਲੂੰਗਾ ਤਾਂ ਉਹ ਪੋਸੀਬਲ ਨਹੀਂ ਹੋਣਾ, ਕਿਉਂਕਿ ਤੁਹਾਨੂੰ ਇੱਕ ਕਿਰਦਾਰ ਜਿਹੜਾ ਹੈ ਉਹਦੇ ਉੱਤੇ ਚੱਲਣਾ ਪੈਣਾ ਹੈ ਨਾ। ਹੁਣ ਗੁਰੂ ਸਾਹਿਬਾਨਾਂ ਨੇ ਸਾਨੂੰ ਸਟੈਪ ਬਾਏ ਸਟੈਪ ਉਸ ਕਿਰਦਾਰ ਵੱਲ ਲੈ ਕੇ ਗਏ। ਇਹ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ। ਜਦੋਂ ਤੁਸੀਂ ਇਹਨਾਂ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਇਹ ਸੋਚਣਾ ਸ਼ੁਰੂ ਕਰ ਦੋਗੇ ਕਿ ਚਾਹੇ ਮੈਂ ਆਪਣੇ ਸਰੀਰ ਦੇ ਉੱਤੇ ਕਸ਼ਟ ਹੰਢਾ ਰਿਹਾ, ਚਾਹੇ ਮੈਂ ਵੱਡਾ ਦਾਨ ਕਰ ਰਿਹਾ, ਚਾਹੇ ਮੈਂ ਬੁੱਧੀ ਦੇ ਵਿੱਚ ਵੀ ਮੈਂ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ, ਪਰ ਇਹ ਸਾਰੀਆਂ ਚੀਜ਼ਾਂ ਮੈਨੂੰ ਕਿਸੇ ਨਾਲੋਂ ਸੁਪਰੀਮ ਨਹੀਂ ਬਣਾਉਂਦੀਆਂ। ਇਹ ਸਾਰੀਆਂ ਚੀਜ਼ਾਂ ਮੇਰੇ ਲਈ ਨੇ, ਮੈਂ ਕਿਸੇ ਦੇ ਵਾਸਤੇ ਮੈਂ ਸੁਪਰੀਮ ਜਾਂ ਸੁਪਰਮੇਸੀ ਜਾਂ ਸੁਪੀਰੀਅਰ ਨਹੀਂ ਹੋ ਜਾਂਦਾ। ਜਦੋਂ ਇਹ ਗੱਲ ਤੁਹਾਡੇ ਵਿੱਚ ਆਉਣੀ ਸ਼ੁਰੂ ਹੋ ਜਾਊਗੀ, ਫਿਰ ਤੁਸੀਂ ਅਗਲੀ ਪੌੜੀ ਚੜ੍ਹਦੇ ਹੋ। ਜਦੋਂ ਤੁਸੀਂ ਇਹਨੂੰ ਧਿਆਨ ਨਾਲ ਇਸ ਲੈਵਲ ਤੱਕ ਪਹੁੰਚ ਜਾਓਗੇ ਨਾ ਕਿ ਤੁਹਾਡੇ ਵਿੱਚੋਂ ਈਗੋ ਖਤਮ ਹੋ ਜਾਊਗੀ, ਤੁਸੀਂ ਇਹ ਸੋਚੋਗੇ ਕਿ ਅਗਰ ਮੈਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਮੇਰੀ ਸਰੀਰਕ ਮੁਸ਼ਕਿਲਾਂ ਵੀ ਨੇ, ਅਗਰ ਮੈਂ ਉਹਨਾਂ ਦੇ ਨਾਲ ਕੁਛ ਰਿੱਧੀਆਂ ਸਿੱਧੀਆਂ ਮੇਰੇ ਹਾਸਲ ਹੋ ਵੀ ਗਈਆਂ ਤਾਂ ਇੱਕ ਬਹੁਤ ਵੱਡੀ ਗੱਲ ਨਹੀਂ ਹੋਈ, ਮੈਂ ਕੋਈ ਬਹੁਤ ਜ਼ਿਆਦਾ ਸੁਪੀਰੀਅਰ ਨਹੀਂ ਹੋ ਗਿਆ। ਮੇਰੇ 'ਚ ਜਿਹੜੀ ਇੱਕ ਸਪਿਰਿਚੁਅਲ ਈਗੋ ਆ ਜਾਂਦੀ ਹੈ ਨਾ, ਅਗਰ ਉਹ ਖਤਮ ਹੋ ਜੂਗੀ, ਧਨ ਜਾਂ ਭੂਮੀ ਜਾਂ ਗਊ ਜਾਂ ਵੱਡੇ ਕੋਈ ਵੀ ਦਾਨ ਕਰਨ ਤੋਂ ਬਾਅਦ ਸਾਡੇ ਲੋਕ ਜਿਹੜੇ ਆਪਾਂ ਪੱਖਿਆਂ 'ਤੇ ਜਾ ਕੇ ਵੀ ਨਾਮ ਲਿਖਾਉਂਦੇ ਆ ਨਾ, ਉਹ ਕਿਉਂ ਲਿਖਾਉਂਦੇ ਆ? ਕਿਉਂਕਿ ਸਾਨੂੰ ਲੱਗਦਾ ਕਿ ਇਹ ਮੈਂ ਕੀਤਾ, ਉੱਥੇ ਕਰਤਾ ਮੈਂ ਆ। ਜਦੋਂ ਕਰਤਾ ਤੁਸੀਂ ਰਹੋਗੇ ਨਾ, ਤੁਹਾਡੇ 'ਚ ਈਗੋ ਰਹੂਗੀ। ਜਿਸ ਦਿਨ ਇਹ ਕਰਤਾ ਖਤਮ ਹੋ ਗਿਆ ਨਾ, ਜਿਸ ਦਿਨ ਆਪਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਮੈਂ ਕੁਛ ਨਹੀਂ ਕਰ ਰਿਹਾ, ਇਹ ਜੋ ਕਰੇ ਕਰਾਏ ਆਪੇ ਆਪ ਮਾਨਸ ਕੇ ਕਛ ਨਾਹੀ ਹਾਥ, ਜਿਸ ਦਿਨ ਆਪਾਂ ਇਸ ਗੱਲ 'ਤੇ ਆ ਕੇ ਖੜੇ ਹੋ ਗਏ, ਉਸ ਦਿਨ ਸਾਡੀ ਫਿਰ ਅਗਲਾ ਦਰਵਾਜ਼ਾ ਖੁੱਲੂਗਾ। ਉਹ ਹੈ ਸੱਚੋ ਉਰੇ ਸਭ ਕੋ ਉੱਪਰ ਸੱਚਾਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਆਪਾਂ ਪਿਛਲੇ ਜਿਹੜੇ ਐਪੀਸੋਡ ਤੱਕ ਜਿਹੜੀ ਆਪਾਂ ਗੱਲ ਕੀਤੀ ਸੀ, ਉਹ ਇਸ ਦੇ ਉੱਤੇ ਆਪਾਂ ਗੱਲ ਕੀਤੀ ਸੀ ਕਿ ਸ਼ਬਦ ਗੁਰੂ ਜਿਹੜਾ ਹੈ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਪਹਿਲਾਂ ਹੀ ਬੋਲਿਆ ਸੀਗਾ ਕਿ ਇਹ ਇੱਕ ਬੜਾ ਪ੍ਰੈਕਟੀਕਲ ਮੁੱਦਾ ਹੈ। ਜਦੋਂ ਆਪਾਂ ਸ਼ਬਦ ਗੁਰੂ ਨੂੰ ਸਮਝਣ ਦੀ ਗੱਲ ਕਰਾਂਗੇ ਨਾ, ਤਾਂ ਸਾਨੂੰ ਬੜੇ ਪ੍ਰੈਕਟੀਕੈਲਿਟੀ ਦੇ ਵਿੱਚ ਆਉਣਾ ਪਊਗਾ। ਇਹ ਥਿਓਰੈਟੀਕਲੀ ਸਮਝਿਆ ਨਹੀਂ ਜਾ ਸਕਦਾ, ਪਰ ਫਿਰ ਵੀ ਆਪਾਂ ਡਿਸਕਸ ਕਰ ਸਕਦੇ ਹਾਂ, ਹੈ ਨਾ। ਇਸ ਪਲੇਟਫਾਰਮ ਦੇ ਉੱਤੇ ਆਪਾਂ ਇੱਕ ਦੂਜੇ ਨਾਲ ਡਿਸਕਸ ਕਰ ਸਕਦੇ ਹਾਂ ਕਿ ਕੀ ਹੈ ਸ਼ਬਦ ਗੁਰੂ, ਆਪਾਂ ਕਿੱਦਾਂ ਸਮਝ ਸਕਦੇ ਹਾਂ, ਕਿੱਦਾਂ ਉੱਥੇ ਤੱਕ ਪਹੁੰਚ ਸਕਦੇ ਹਾਂ। ਸੋ ਸਾਡੇ ਜਿਹੜੇ ਪਿਛਲੇ ਕੁਛ 2 ਐਪੀਸੋਡ ਹੋਏ ਆ, ਉਹ ਇਹਦੀ ਕੰਟੀਨਿਊਟੀ, ਅੱਜ ਵੀ ਆਪਾਂ ਉਸੇ ਕੰਟੀਨਿਊਟੀ ਦੇ ਵਿੱਚ ਗੱਲ ਕਰਨੀ ਆ। ਆਪਾਂ ਪਿਛਲੇ ਐਪੀਸੋਡ ਦੇ ਵਿੱਚ ਇਹ ਗੱਲ ਕਰ ਰਹੇ ਸੀਗੇ ਕਿ ਇੱਕ ਸਵਾਲ ਸੀ ਕਿ ਗੁਰੂ ਪਾਤਸ਼ਾਹ ਨੇ, ਅਗਰ ਗੁਰੂ ਨਾਨਕ ਮਹਾਰਾਜ ਦਾ ਜਿਹੜੇ ਗੁਰੂ ਹੈ ਉਹ ਸ਼ਬਦ ਗੁਰੂ ਹੀ ਹੈ, ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਿੱਧਾ ਹੀ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਕਿਉਂ ਨਾ ਲਾ ਦਿੱਤਾ? ਵਿਚਕਾਰ ਜਿਹੜੇ ਸਾਨੂੰ 10 ਗੁਰੂਆਂ ਦਾ ਜਿਹੜਾ ਸਫ਼ਰ ਆ ਉਹ ਤੈਅ ਕਰਨਾ ਕਿਉਂ ਪਿਆ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਸ਼ਬਦ ਗੁਰੂ ਨੂੰ ਗੁਰੂ ਥਾਪਿਆ? ਗੁਰੂ ਨਾਨਕ ਨੇ ਹੀ ਕਿਉਂ ਨਹੀਂ ਥਾਪ ਦਿੱਤਾ? ਇਸ ਸਵਾਲ ਦਾ ਆਪਾਂ ਜਵਾਬ ਜਿਹੜਾ ਪਿਛਲੇ ਐਪੀਸੋਡ ਦੇ ਵਿੱਚ ਮੈਂ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਅਤੇ ਆਪਾਂ ਇਸ ਗੱਲ ਦੇ ਉੱਤੇ ਡਿਸਕਸ ਕਰ ਰਹੇ ਸੀਗੇ ਕਿ ਗੁਰੂ ਨਾਨਕ ਮਹਾਰਾਜ ਨੇ ਜੋ ਪੂਰਨੇ ਪਾਏ, ਉਸ ਤੋਂ ਬਾਅਦ ਜਿੰਨੇ ਵੀ ਆਪਣੀ 10 ਗੁਰੂ ਮਹਾਰਾਜ ਦਾ ਇਤਿਹਾਸ, ਔਰ ਉਸ ਤੋਂ ਬਾਅਦ ਸਿੱਖ ਇਤਿਹਾਸ ਜਿਹੜਾ ਆ ਉਹ ਮਿਸਲਾਂ ਦਾ ਸਮਾਂ ਖਾਸ ਤੌਰ ਤੱਕ, ਉੱਥੋਂ ਤੱਕ ਬਕਾਇਦਾ ਉਹਨਾਂ ਪੂਰਨਿਆਂ ਦੇ ਉੱਤੇ ਚੱਲਿਆ ਗਿਆ। ਅੰਗਰੇਜ਼ਾਂ ਦਾ ਜਿਹੜਾ ਸਾਨੂੰ ਦੱਬ ਲੈਣ ਤੋਂ ਬਾਅਦ, ਉਸ ਤੋਂ ਬਾਅਦ ਜਿਹੜੀ ਕੁਛ ਚੀਜ਼ਾਂ ਚੇਂਜ ਹੋਣੀਆਂ ਸ਼ੁਰੂ ਹੋਈਆਂ, ਕਿਉਂਕਿ ਉੱਥੇ ਫਿਰ ਪੋਲੀਟਿਕਸ ਆ ਗਈ। ਪੋਲੀਟੀਕਲੀ ਉਹਨਾਂ ਨੇ ਸਾਨੂੰ ਵੀਕ ਕਰਨਾ ਸ਼ੁਰੂ ਕੀਤਾ, ਪਰ ਉਸ ਤੋਂ ਪਹਿਲਾਂ ਦਾ ਜਿਹੜਾ ਇਤਿਹਾਸ ਆ ਉਹ ਅਗਰ ਆਪਾਂ ਸਾਰਾ ਦੇਖੀਏ ਤਾਂ ਉਹ ਸਾਨੂੰ ਉਹਨਾਂ ਪੂਰਨਿਆਂ ਦੇ ਉੱਤੇ ਹੀ ਚੱਲਦਾ ਹੋਇਆ ਨਜ਼ਰ ਆਉਂਦਾ ਹੈ। ਸੋ ਸਫ਼ਰ ਸਾਨੂੰ ਉੱਦਾਂ ਦਾ ਬਣਾ ਗਏ ਕਿ ਜੇ ਉਹ ਜਿਹੜਾ 10 ਗੁਰੂਆਂ ਤੱਕ ਦਾ ਜਿਹੜਾ ਸਫ਼ਰ ਹੈ, ਉਹਦੇ ਵਿੱਚ ਸਾਡੀ ਉਹ ਜਿਹੜੀ ਕੰਸਟਰਕਸ਼ਨ ਹੋਈ ਹੈ, ਜਿਹੜਾ ਸਾਡਾ ਕਿਰਦਾਰ ਕੰਸਟਰਕਟ ਹੋਇਆ, ਉਹ ਕਿਰਦਾਰ ਜਿਹਨੂੰ ਸ਼ਬਦ ਗੁਰੂ ਦੇ ਲੜ ਲਾਇਆ ਜਾ ਸਕਦਾ ਸੀ। ਇਸ ਗੱਲ ਨੂੰ ਧਿਆਨ ਨਾਲ ਸਮਝਿਓ ਜੇ
ਜਦੋਂ ਆਪਾਂ ਜਦੋਂ ਕੋਈ ਸਾਡੇ ਘਰ ਮੰਗਣ ਵੀ ਆਉਂਦਾ ਨਾ, ਜਾਂ ਆਪਾਂ ਕਿਤੇ ਮੰਗਣ ਜਾਈਏ, ਤਾਂ ਸਾਡਾ ਪਹਿਲਾਂ ਕਾਸਾ ਵੇਖਦਾ ਹੈ ਨਾ, ਕਾਸਾ ਜਿਹਦੇ ਵਿੱਚ ਉਹ ਮੰਗਣ ਆਏ ਆ ਆਪਾਂ, ਉਹ ਕਿੱਡਾ ਕੁ ਹੈ ਨਾ। ਉਹ ਹੁਣ ਤੁਸੀਂ ਚਮਚਾ ਲੈ ਕੇ ਜਾਓ ਕਿਸੇ ਦੇ ਘਰ ਮੰਗਣ, ਤਾਂ ਉਹ ਤੁਹਾਨੂੰ ਕੀ ਦਊਗਾ? ਚਮਚੇ 'ਚ ਹੀ ਪਾ ਕੇ ਦੇ ਸਕਦਾ। ਅਤੇ ਜੇ ਤੁਸੀਂ ਵੱਡਾ ਕੋਈ ਭਾਂਡਾ ਲੈ ਕੇ ਗਏ ਆ, ਤੁਸੀਂ ਲੱਸੀ ਲੈਣ ਹੀ ਗਏ ਆ, ਅਤੇ ਡੋਲੂ ਇੱਕ ਛੋਟੂ ਜਿਹਾ ਫੜ ਕੇ ਲੈ ਜਾਂਦੇ ਅੱਧਾ ਕੁ ਲੀਟਰ ਦਾ, ਅਤੇ ਫਿਰ ਉਹ ਅੱਧੇ ਲੀਟਰ ਦੇ ਵਿੱਚ ਹੀ ਆਊਗਾ ਨਾ। ਜੇ ਤੁਸੀਂ ਵੱਡਾ ਲੈ ਕੇ ਜਾਂਦੇ ਆ ਤਾਂ ਉਹ ਫਿਰ ਉਸ ਹਿਸਾਬ ਨਾਲ ਤੁਹਾਡਾ ਪੈਰਾਮੀਟਰ ਕੀ ਆ, ਤੁਸੀਂ ਕਿੰਨਾ ਕੁ ਲੈ ਸਕਦੇ ਆ, ਦੇਣ ਵਾਲਾ ਤੁਹਾਨੂੰ ਉਹੀ ਦਊਗਾ। ਹੁਣ ਜਿਹੜੇ ਪਹਿਲਾਂ ਕਿਰਦਾਰ, ਉਹ ਕਿਰਦਾਰ ਨੂੰ ਉਹਨਾਂ ਡਿਵੈਲਪ ਕੀਤਾ ਗਿਆ ਕਿ ਉਹ ਸ਼ਬਦ ਗੁਰੂ ਦੇ ਲੜ ਲੱਗ ਸਕੇ, ਕਿਉਂਕਿ ਸ਼ਬਦ ਗੁਰੂ ਦੇ ਲੜ ਲੱਗਣਾ ਬਹੁਤ ਸੌਖਾ ਕੰਮ ਨਹੀਂ ਆ। ਜਿਵੇਂ ਅੱਜ ਅਸੀਂ ਕਨਫਿਊਜ਼ ਹੋਏ ਬੈਠੇ ਆ ਨਾ, ਕਨਫਿਊਜ਼ ਅਸੀਂ ਕਿਉਂ ਹੋਏ ਆ? ਕਿਉਂਕਿ ਅਸੀਂ ਆਪਣੀਆਂ ਜੜ੍ਹਾਂ, ਆਪਣੀ ਮੂਲ ਜਿਹੜਾ ਹੈ, ਆਪਣੀ ਜਿਹੜੀ ਮੁੱਖ ਧਾਰਾ ਉਹਨੂੰ ਛੱਡ ਚੁੱਕੇ। ਅਸੀਂ ਆਪਣੀ ਮਰਜ਼ੀ ਦੇ ਨਾਲ, ਆਪਣੀ ਬੁੱਧੀ, ਆਪਣਾ ਪਤਾ ਨਹੀਂ ਕਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਉਹ ਮੁੱਖ ਧਾਰਾ ਨੂੰ ਛੱਡ ਕੇ ਅਸੀਂ ਆਪਣੀਆਂ ਸੁਵਿਧਾਵਾਂ ਦੇ ਅਕੋਰਡਿੰਗ ਸਿੱਖੀ ਨੂੰ ਟਰਾਂਸਲੇਟ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਇਹ ਲੱਗਾ ਕਿ ਨਹੀਂ ਮੇਰੇ ਬਾਲ ਕੱਟੇ ਵੀ ਹੋਣੇ ਚਾਹੀਦੇ ਆ, ਮੈਂ ਸੋਹਣਾ ਵੀ ਲੱਗਣਾ ਚਾਹੀਦਾ, ਜਦ ਕਿ ਸਾਡੇ ਜਿਹੜੇ ਸਰਦਾਰ ਮੁੰਡੇ ਆ ਨਾ, ਉਹਨਾਂ ਨਾਲੋਂ ਸੋਹਣਾ ਕੋਈ ਨਹੀਂ ਲੱਗਦਾ ਹੁੰਦਾ। ਪਰ ਫਿਰ ਵੀ ਬਹੁਤੇ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਫਿਲਮੀ ਹਸਤੀਆਂ ਦੀਆਂ ਜਿਹੜੀ ਇੱਕ ਇਮੇਜ ਆ ਗਈ ਕਿ ਉਹ ਉਸ ਤਰ੍ਹਾਂ ਦੇ ਬਣਨ ਦੇ ਵਾਸਤੇ ਮੈਨੂੰ ਲੱਗਾ ਕਿ ਨਹੀਂ, ਮੈਂ ਹੁਣ ਇਹਨੂੰ ਆਪਣੇ ਤਰੀਕੇ ਨਾਲ ਟਰਾਂਸਲੇਟ ਕਰਾਂ। ਤਾਂ ਮੈਂ ਫਿਰ ਸਿੱਖੀ ਨੂੰ ਟਰਾਂਸਲੇਟ ਕਰਤਾ ਕਿ ਵਾਲਾਂ ਦੇ ਵਿੱਚ ਸਿੱਖੀ ਥੋੜ੍ਹੀ ਆ। ਇਹ ਜਿਹੜੀਆਂ ਟਰਾਂਸਲੇਸ਼ਨਸ ਆ ਨਾ, ਉਹ ਅਸੀਂ ਆਪਣੀ ਸੁਵਿਧਾ ਦੇ ਅਕੋਰਡਿੰਗ ਪਾਈਆਂ, ਜੋ ਕਿ ਜੇ ਤੁਸੀਂ ਵਾਲ ਰੱਖਣੇ ਚਾਹੁੰਦੇ, ਤੁਹਾਡੀ ਮਰਜ਼ੀ ਆ, ਦੈਟਸ ਯੋਰ ਚੋਇਸ, ਹੈ ਨਾ। ਉਹ ਅਸੀਂ ਤੁਹਾਨੂੰ ਕੋਈ ਨਹੀਂ ਕਹਿ ਸਕਦਾ। ਸਿਰਫ ਜਿਹੜੀ ਸਾਡੀ ਇੰਨੀ ਕੁ ਆਪਾਂ ਨੂੰ ਗੱਲ ਸਮਝਣੀ ਪਊਗੀ ਔਰ ਇਹ ਮੰਨਣਾ ਪਊਗਾ ਕਿ ਅਗਰ ਮੈਂ ਕਿਸੇ ਤਰੀਕੇ ਨਾਲ ਵੀ ਉਹ ਜਿਹੜੀ ਇੱਕ ਮੁੱਖ ਧਾਰਾ ਉਸ ਤੋਂ ਬਾਹਰ ਜਾਣਾ, ਤਾਂ ਉਹ ਮੇਰਾ ਚੋਇਸ ਹੈ। ਉਹ ਮੈਨੂੰ ਸਿੱਖੀ, ਉਹਦੇ ਵਿੱਚ ਮੈਂ ਫਿਰ ਸਿੱਖੀ ਦੀ ਅਗਰੀਮੈਂਟ ਨਾ ਮੰਗਾਂ, ਹੈ ਨਾ। ਮੈਂ ਇਹ ਨਾ ਕਹਾਂ ਕਿ ਨਹੀਂ ਜੀ ਜਿਹੜੀ ਸਿੱਖੀ ਆ ਉਹ ਤਾਂ ਮੇਰੇ ਅੰਦਰ ਆ, ਉਹ ਬਾਹਰ ਨਹੀਂ ਹੈਗੀ। ਇਹ ਇੱਦਾਂ ਦੀਆਂ ਮੈਂ ਗੱਲਾਂ ਨਾ ਕਰਾਂ। ਬਸ ਇੰਨੀ ਕੀ ਗੱਲ ਆਪਾਂ ਸਮਝ ਲਈਏ, ਕਿਉਂਕਿ ਉਹ ਸੱਚ ਆ। ਜਦੋਂ ਤੁਸੀਂ ਅਗਰ ਆਪਣੇ ਅੰਦਰ ਨੂੰ ਘੋਖੋਗੇ ਨਾ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਸੱਚ ਆ। ਸੋ ਬੇਸਿਕਲੀ ਜਿਹੜਾ ਉਹ 10 ਗੁਰੂ ਸਾਹਿਬਾਨ ਦਾ ਜਿਹੜਾ ਲਾਈਫ ਪੀਰੀਅਡ ਆ, ਉਹ ਤੁਹਾਨੂੰ ਕੰਸਟਰਕਟ ਕਰਦਾ ਗਿਆ। ਸਾਡਾ ਜਿਹੜਾ ਉਹ ਕਰੈਕਟਰ, ਜਿਹੜਾ ਉਹ ਕਿਰਦਾਰ ਕੰਸਟਰਕਟ ਕਰਨ ਲਈ 10 ਗੁਰੂਆਂ ਨੇ ਟਰੈਵਲ ਕੀਤਾ। ਸਾਨੂੰ ਉਹ ਇੱਕ ਪੂਰਾ ਹਿਸਟੋਰੀਕਲ ਟਰਾਂਸਫੋਰਮੇਸ਼ਨ ਦਿੱਤੀ ਗਈ ਔਰ ਫਿਰ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਗਿਆ। ਹੁਣ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਨੇ ਕਿਵੇਂ ਸਾਨੂੰ ਇੱਕ ਸ਼ਬਦ ਨੂੰ, ਸ਼ਾਇਦ ਮੈਂ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਲੇਅਰ ਬਾਏ ਲੇਅਰ ਕੰਸਟਰਕਟ ਕੀਤਾ, ਹੈ ਨਾ। ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਤੁਹਾਨੂੰ ਕਰਮ ਕਾਂਡਾਂ ਦੇ ਜਾਲ 'ਚੋਂ ਕੱਢਿਆ। ਫਿਰ ਉਹਨਾਂ ਤੁਹਾਨੂੰ ਦੱਸਿਆ ਕਿ ਤੁਸੀਂ ਜਿਸ ਤਰੀਕੇ ਦਾ, ਅਗਰ ਤੁਸੀਂ ਆਪਣੇ ਸਰੀਰ ਦੇ ਉੱਤੇ ਕੋਈ ਦੁੱਖ ਝੱਲ ਕੇ ਸੋਚਦੇ ਹੋ ਮੈਂ ਪਰਮਾਤਮਾ ਨੂੰ ਪਾ ਲੂੰਗਾ, ਜਾਂ ਤੁਸੀਂ ਦਾਨ, ਬਹੁਤ ਵੱਡੇ ਦਾਨੀ ਹੋ ਕੇ ਸੋਚਦੇ ਹੋ ਮੈਂ ਰੱਬ ਨੂੰ ਪਾ ਲੂੰਗਾ, ਜਾਂ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਦੇ ਹੋ ਕਿ ਮੈਂ ਬੁੱਧੀ ਦੇ ਨਾਲ ਪਰਮਾਤਮਾ ਨੂੰ ਪਾ ਲੂੰਗਾ, ਅਤੇ ਤਿੰਨੇ ਹੀ ਰਸਤੇ ਗਲਤ ਨੇ। ਹੁਣ ਇਹਨਾਂ ਤਿੰਨਾਂ ਰਸਤਿਆਂ ਦੇ ਨਾਲ ਹੀ ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਹੈ ਉਹ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਹੁਣ ਇੱਕ ਗੱਲ ਸਮਝਣ ਦੀ ਗੱਲ ਇੱਥੇ ਇਹ ਵੀ ਹੈ ਕਿ ਇਹ ਤਿੰਨਾਂ ਰਸਤਿਆਂ ਦੀ ਪ੍ਰੋਬਲਮ ਕੀ ਆ। ਇਹਨਾਂ ਤਿੰਨਾਂ ਰਸਤਿਆਂ ਦੀ ਪ੍ਰੋਬਲਮ ਇਹ ਹੈ ਕਿ ਇੱਕ ਈਗੋਇਜ਼ਮ ਨੂੰ ਜਨਮ ਦੇ ਦਿੰਦੇ ਆ। ਜਦੋਂ ਤੁਸੀਂ ਆਪਣੇ ਸਰੀਰ ਦੇ ਉੱਤੇ, ਹੁਣ ਪਿਛਲੇ ਜਦੋਂ ਆਪਾਂ ਇਤਿਹਾਸ ਦੇ ਵਿੱਚ ਜਾਈਏ, ਹੈ ਨਾ, ਪ੍ਰੀ ਗੁਰੂ ਨਾਨਕ ਪੀਰੀਅਡ ਵੀ ਆਪਾਂ ਜਾਈਏ, ਤਾਂ ਬਹੁਤੇ ਜਿਹੜੇ ਯੋਗੀ ਹੋਏ ਆ ਜਾਂ ਜਿਹੜੇ ਸੰਤ ਮਹਾਂਪੁਰਸ਼ ਹੋਏ ਆ, ਜਿਨ੍ਹਾਂ ਨੂੰ ਆਪਾਂ ਜਿਹੜੇ ਬੜੇ ਵੱਡੇ ਆਪਣੇ ਆਪ ਦੇ ਵਿੱਚ ਯੋਗੀ ਸਿੱਧ ਹੋਏ ਨੇ, ਉਹਨਾਂ ਦੀ ਪ੍ਰੋਬਲਮ ਕਿੱਥੇ ਆਈ ਕਿ ਉਹ ਇੰਨੇ ਸਾਲ ਵੀ ਆਪਣੀਆਂ ਤਪੱਸਿਆਵਾਂ ਕਰਦੇ ਰਹੇ ਔਰ ਬਕਾਇਦਾ ਉਹਨਾਂ ਨੇ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਗਏ, ਪਰ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਆਪਣੇ ਗੁੱਸੇ ਤੋਂ ਜਿਹੜਾ ਹੈਗਾ ਉਹ ਹਾਰ ਗਏ, ਹੈ ਨਾ। ਆਪਾਂ ਅਕਸਰ ਹੀ ਦੇਖਿਆ ਕਿ ਉਹਨਾਂ ਨੇ ਕਿਸੇ ਨੂੰ ਸ਼ਰਾਪ ਦੇ ਦਿੱਤਾ, ਅਹਿਲਿਆ ਨੂੰ ਸ਼ਰਾਪ ਮਿਲ ਗਿਆ। ਇਹੋ ਜਿਹੀ ਚੀਜ਼ਾਂ ਆਪਾਂ ਦੇਖਦੇ ਰਹੇ ਹਾਂ। ਹੁਣ ਉਹ ਕਿਉਂ ਆ? ਕਿਉਂਕਿ ਜਿਹੜਾ ਗੁੱਸਾ ਨਾ ਤੁਹਾਡੀ ਈਗੋ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ, ਔਰ ਈਗੋ ਆਉਂਦੀ ਹੈ ਸੁਪਰਮੇਸੀ ਦੇ ਵਿੱਚੋਂ ਕਿ ਮੈਂ ਸੁਪੀਰੀਅਰ ਹਾਂ। ਜਦੋਂ ਤੁਸੀਂ ਆਪਣੇ ਸਰੀਰ ਦੇ ਉੱਤੇ, ਨੋ ਡਾਊਟ ਕਿ ਜਦੋਂ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਇੰਨਾ ਕਸ਼ਟ ਝੱਲ ਕੇ ਅਤੇ ਇੰਨਾ ਕੁਛ ਕਰਕੇ ਉਹ ਇੱਕ ਲੈਵਲ 'ਤੇ ਪਹੁੰਚ ਕੇ ਜਿੱਥੇ ਉਹਨਾਂ ਕੋਲ ਰੱਦੀਆਂ ਸਿੱਧੀਆਂ ਆ ਗਈਆਂ, ਪਰ ਉਹ ਗੁੱਸੇ ਤੋਂ ਪਿੱਛਾ ਨਹੀਂ ਛਡਾ ਸਕੇ, ਹੈ ਨਾ। ਵਿਸ਼ਵਾਮਿੱਤਰ ਜਿਹੜੇ ਆ ਉਹ ਮੇਨਕਾ ਉਹਨਾਂ ਦੀ ਜਿਹੜੀ ਤਪੱਸਿਆ ਭੰਗ ਕਰ ਦਿੰਦੀ ਆ, ਸੋ ਉਹ ਕਾਮ ਤੋਂ ਪਿੱਛਾ ਨਹੀਂ ਛਡਾ ਸਕੇ। ਸੋ ਇਹਨਾਂ ਸਾਰੀਆਂ ਚੀਜ਼ਾਂ ਔਰ ਪਰਮਾਤਮਾ ਇਹਨਾਂ ਸਾਰੀਆਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਕਾਬੂ ਵਿੱਚ ਕਰਨ ਤੋਂ ਬਾਅਦ, ਕਿਉਂਕਿ ਮਨ ਜੀਤੇ ਜਗਜੀਤ ਹੋਣਾ ਨਾ, ਉਸ ਤੋਂ ਬਾਅਦ ਵਾਲੀ ਪੌੜੀ ਆਉਂਦੀ ਹੈ। ਜਦ ਤੱਕ ਤੁਸੀਂ ਉਹ ਕਾਬੂ ਨਹੀਂ ਕਰ ਪਾਉਂਦੇ, ਤੁਸੀਂ ਉਹਨਾਂ ਦੇ ਵੱਸ 'ਚ ਰਹਿੰਦੇ ਆ। ਸੋ ਇਹ ਜਿਹੜਾ ਤੁਹਾਡੀ ਬੋਡੀ ਦੇ ਉੱਤੇ ਤੁਸੀਂ ਆਪਣੇ 'ਤੇ ਤਸ਼ੱਦਦ ਸਹਿ ਕੇ ਤੁਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਤਾਂ ਹੋ ਸਕਦੇ ਆ, ਪਰ
ਉਹ ਉਸ ਪਰਮਾਤਮਾ ਤੱਕ ਜਾਣ ਦੀ ਪੌੜੀ ਨਹੀਂ ਬਣਦਾ। ਹੁਣ ਜਦੋਂ ਤੁਸੀਂ ਬਹੁਤ ਵੱਡਾ ਦਾਨ ਕਰਦੇ ਆ, ਤੁਹਾਨੂੰ ਲੱਗਦਾ ਗਊ ਦਾਨ ਕਰ ਦਿੰਦੇ ਆ, ਜਿੱਦਾਂ ਜਿਹੜਾ ਆਪਾਂ ਪਿਛਲੇ ਐਪੀਸੋਡ ਵਿੱਚ ਸ਼ਬਦ ਪੜ੍ਹਿਆ ਸੀ ਕਿ ਉਹਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਗਊ ਦਾਨ ਕਰ ਸਕਦੇ ਆ, ਤੁਸੀਂ ਭੂਮੀ ਦਾਨ ਕਰ ਸਕਦੇ ਆ, ਪਰ ਉਹ ਵੀ ਪਰਮਾਤਮਾ ਤੱਕ ਜਾਣ ਦਾ ਰਾਹ ਨਹੀਂ, ਕਿਉਂਕਿ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਇੱਕ ਈਗੋ ਲਿਆ ਦੂਗਾ ਕਿ ਮੈਂ ਇੰਨਾ ਵੱਡਾ ਦਾਨ ਕੀਤਾ। ਹੁਣ ਕਿੰਨੀ ਵਾਰੀ ਤਾਂ ਜਦੋਂ ਬੋਲਦੇ ਬੋਲਦੇ ਮੇਰੇ ਮੂੰਹ 'ਚੋਂ ਹੀ ਮੈਂ ਨਿਕਲ ਜਾਂਦਾ, ਜਦੋਂ ਆਪਣੇ ਕੋਲ ਮੈਂ ਇੰਨੀ ਬੜੀ ਅਵਰੀ ਆ ਗਈ ਨਾ ਕਿ ਮੈਂ ਇਹ ਸਭ ਕੁਛ ਕੀਤਾ, ਮੈਂ ਦਾਨ ਕੀਤਾ, ਮੈਂ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਤੁਹਾਡੇ ਅੰਦਰ ਈਗੋ, ਹੰਕਾਰ ਨੂੰ ਜਨਮ ਦੇ ਦਿੰਦਾ ਆ। ਤਾਂ ਜਿੱਥੇ ਹੰਕਾਰ ਆ ਗਿਆ ਉੱਥੇ ਫਿਰ ਤੁਹਾਡੀ ਜਿਹੜੀ ਆ ਉਹ ਪਰਮਾਤਮਾ ਨਾਲੇ ਨਿਰੰਤਰਤਾ ਟੁੱਟ ਗਈ। ਫਿਰ ਤੁਹਾਡੇ ਦਿਮਾਗ 'ਚ ਆਉਂਦਾ ਕਿ ਮੈਂ ਬੁੱਧੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਦੇਖੋ ਜੋ ਕੁਛ ਵੀ ਗ੍ਰੰਥਾਂ ਦੇ ਵਿੱਚ ਲਿਖਿਆ, ਵੇਦਾਂ ਦੇ ਵਿੱਚ ਲਿਖਿਆ, ਜਾਂ ਕਿਤੇ ਵੀ ਲਿਖਿਆ, ਜਾਂ ਕਿਸੇ ਦੀ ਬਾਈਬਲ 'ਚ ਲਿਖਿਆ, ਜਾਂ ਕੁਰਾਨ ਸ਼ਰੀਫ 'ਚ ਲਿਖਿਆ, ਤੁਸੀਂ ਉਹਨੂੰ ਸਮਝਣ ਲਈ ਬੁੱਧੀ ਤਾਂ ਲਾ ਸਕਦੇ ਆ। ਤੁਸੀਂ ਇਹ ਤਾਂ ਸੋਚ ਸਕਦੇ ਕਿ ਮੈਂ ਇੰਟਰਪ੍ਰੈਟ ਕਰ ਲਾਂ ਜਾਂ ਮੈਂ ਉਹਨੂੰ ਫੋਲੋ ਕਰਨ ਲਈ ਆਪਣੀ ਬੁੱਧੀ ਲਾਵਾਂ, ਪਰ ਜੇ ਤੁਸੀਂ ਇਹ ਸੋਚੋ ਕਿ ਮੈਂ ਚਲਾਕੀ ਦੇ ਨਾਲ ਪਰਮਾਤਮਾ ਨੂੰ ਪਾ ਲੂੰਗਾ ਤਾਂ ਉਹ ਪੋਸੀਬਲ ਨਹੀਂ ਹੋਣਾ, ਕਿਉਂਕਿ ਤੁਹਾਨੂੰ ਇੱਕ ਕਿਰਦਾਰ ਜਿਹੜਾ ਹੈ ਉਹਦੇ ਉੱਤੇ ਚੱਲਣਾ ਪੈਣਾ ਹੈ ਨਾ। ਹੁਣ ਗੁਰੂ ਸਾਹਿਬਾਨਾਂ ਨੇ ਸਾਨੂੰ ਸਟੈਪ ਬਾਏ ਸਟੈਪ ਉਸ ਕਿਰਦਾਰ ਵੱਲ ਲੈ ਕੇ ਗਏ। ਇਹ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ। ਜਦੋਂ ਤੁਸੀਂ ਇਹਨਾਂ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਇਹ ਸੋਚਣਾ ਸ਼ੁਰੂ ਕਰ ਦੋਗੇ ਕਿ ਚਾਹੇ ਮੈਂ ਆਪਣੇ ਸਰੀਰ ਦੇ ਉੱਤੇ ਕਸ਼ਟ ਹੰਢਾ ਰਿਹਾ, ਚਾਹੇ ਮੈਂ ਵੱਡਾ ਦਾਨ ਕਰ ਰਿਹਾ, ਚਾਹੇ ਮੈਂ ਬੁੱਧੀ ਦੇ ਵਿੱਚ ਵੀ ਮੈਂ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ, ਪਰ ਇਹ ਸਾਰੀਆਂ ਚੀਜ਼ਾਂ ਮੈਨੂੰ ਕਿਸੇ ਨਾਲੋਂ ਸੁਪਰੀਮ ਨਹੀਂ ਬਣਾਉਂਦੀਆਂ। ਇਹ ਸਾਰੀਆਂ ਚੀਜ਼ਾਂ ਮੇਰੇ ਲਈ ਨੇ, ਮੈਂ ਕਿਸੇ ਦੇ ਵਾਸਤੇ ਮੈਂ ਸੁਪਰੀਮ ਜਾਂ ਸੁਪਰਮੇਸੀ ਜਾਂ ਸੁਪੀਰੀਅਰ ਨਹੀਂ ਹੋ ਜਾਂਦਾ। ਜਦੋਂ ਇਹ ਗੱਲ ਤੁਹਾਡੇ ਵਿੱਚ ਆਉਣੀ ਸ਼ੁਰੂ ਹੋ ਜਾਊਗੀ ਫਿਰ ਤੁਸੀਂ ਅਗਲੀ ਪੌੜੀ ਚੜ੍ਹਦੇ ਹੋ। ਹੁਣ ਅਗਲੀ ਪੌੜੀ 'ਚ ਕੀ ਆ ਉਹ ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤੀ ਸੀ, ਮੈਂ ਫਿਰ ਇਸ ਵਾਰੀ ਬੋਲਦੀ ਹਾਂ ਕਿ ਉਦੋਂ ਫਿਰ ਗੁਰੂ ਪਾਤਸ਼ਾਹ ਤੁਹਾਨੂੰ ਅਗਲੀ ਪੌੜੀ ਦੀ ਗੱਲ ਕਰਦੇ ਨੇ। ਉਹ ਕੀ ਆ? ਸੱਚੋ ਉਰੇ ਸਭ ਕੋ ऊपर सच आचार, सबको ऊंचा आखिए नीच न दिसे कोय, एक ना भांडे साजिए एक चानन टहलोए, करम मिले सच पाइए तुर बख्स न मेटे कोय। ਹੁਣ ਇਹ ਜਿਹੜੀ ਅਗਲੀ ਸਟੈਪ ਹੈ, ਹੁਣ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦੇ ਤਾਂ ਫਿਰ ਉਹ ਕਹਿੰਦੇ ਨੇ ਸੱਚੋ ਉਰੇ ਸਭ ਕੋ ਊਪਰ ਸੱਚ ਆਚਾਰ। ਫਿਰ ਤੁਹਾਡੀ ਆਪਣੀ ਸ਼ਖਸੀਅਤ ਦੇ ਵਿੱਚ ਤੁਹਾਨੂੰ ਸੱਚਾਈ ਜਿਹੜੀ ਆ, ਸੱਚਾ ਆਚਾਰ ਜਿਹੜਾ ਆਚਰਣ ਸੱਚਾ ਕਰਨਾ ਪਊਗਾ। ਹੁਣ ਇਹ ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀ, ਪਰ ਕਿਉਂਕਿ ਇਹ ਕੰਟੀਨਿਊਟੀ ਹੈ ਤਾਂ ਮੈਂ ਇਹਨੂੰ ਦੁਬਾਰਾ ਦੁਹਰਾ ਰਹੀ ਹਾਂ। ਜਦੋਂ ਤੁਸੀਂ ਇਹਨੂੰ ਧਿਆਨ ਨਾਲ ਇਸ ਲੈਵਲ ਤੱਕ ਪਹੁੰਚ ਜਾਓਗੇ ਨਾ ਕਿ ਤੁਹਾਡੇ ਵਿੱਚੋਂ ਈਗੋ ਖਤਮ ਹੋ ਜਾਊਗੀ, ਤੁਸੀਂ ਇਹ ਸੋਚੋਗੇ ਕਿ ਅਗਰ ਮੈਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਮੇਰੀ ਸਰੀਰਕ ਮੁਸ਼ਕਿਲਾਂ ਵੀ ਨੇ, ਅਗਰ ਮੈਂ ਉਹਨਾਂ ਦੇ ਨਾਲ ਕੁਛ ਰਿੱਧੀਆਂ ਸਿੱਧੀਆਂ ਮੇਰੇ ਹਾਸਲ ਹੋ ਵੀ ਗਈਆਂ ਤਾਂ ਇੱਕ ਬਹੁਤ ਵੱਡੀ ਗੱਲ ਨਹੀਂ ਹੋਈ, ਮੈਂ ਕੋਈ ਬਹੁਤ ਜ਼ਿਆਦਾ ਸੁਪੀਰੀਅਰ ਨਹੀਂ ਹੋ ਗਿਆ। ਮੇਰੇ 'ਚ ਜਿਹੜੀ ਇੱਕ ਸਪਿਰਿਚੁਅਲ ਈਗੋ ਆ ਜਾਂਦੀ ਹੈ ਨਾ, ਅਗਰ ਉਹ ਖਤਮ ਹੋ ਜੂਗੀ, ਧਨ ਜਾਂ ਭੂਮੀ ਜਾਂ ਗਊ ਜਾਂ ਵੱਡੇ ਕੋਈ ਵੀ ਦਾਨ ਕਰਨ ਤੋਂ ਬਾਅਦ ਸਾਡੇ ਲੋਕ ਜਿਹੜੇ ਆਪਾਂ ਪੱਖਿਆਂ 'ਤੇ ਜਾ ਕੇ ਵੀ ਨਾਮ ਲਿਖਾਉਂਦੇ ਆ ਨਾ, ਉਹ ਕਿਉਂ ਲਿਖਾਉਂਦੇ ਆ? ਕਿਉਂਕਿ ਸਾਨੂੰ ਲੱਗਦਾ ਕਿ ਇਹ ਮੈਂ ਕੀਤਾ, ਉੱਥੇ ਕਰਤਾ ਮੈਂ ਆ। ਜਦੋਂ ਕਰਤਾ ਤੁਸੀਂ ਰਹੋਗੇ ਨਾ, ਤੁਹਾਡੇ 'ਚ ਈਗੋ ਰਹੂਗੀ। ਜਿਸ ਦਿਨ ਇਹ ਕਰਤਾ ਖਤਮ ਹੋ ਗਿਆ ਨਾ, ਜਿਸ ਦਿਨ ਆਪਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਮੈਂ ਕੁਛ ਨਹੀਂ ਕਰ ਰਿਹਾ, ਇਹ ਜੋ ਕਰੇ ਕਰਾਏ ਆਪੇ ਆਪ ਮਾਨਸ ਕੇ ਕਛ ਨਾਹੀ ਹਾਥ, ਜਿਸ ਦਿਨ ਆਪਾਂ ਇਸ ਗੱਲ 'ਤੇ ਆ ਕੇ ਖੜ੍ਹੇ ਹੋ ਗਏ, ਉਸ ਦਿਨ ਸਾਡੀ ਫਿਰ ਅਗਲਾ ਦਰਵਾਜ਼ਾ ਖੁੱਲੂਗਾ। ਉਹ ਹੈ ਸੱਚੋ ਉਰੇ ਸਭ ਕੋ ਊਪਰ ਸੱਚ ਆਚਾਰ। ਸੋ ਸਭ ਤੋਂ ਪਹਿਲਾਂ ਤਾਂ ਇਹ ਕੰਮ ਆ, ਉਸ ਤੋਂ ਬਾਅਦ ਫਿਰ ਆਪਣਾ ਸੱਚੋ ਉਰੇ ਸਭ ਕੋ ਵਾਲੀ ਗੱਲ ਆ। ਹੁਣ ਉਦੋਂ ਕੀ ਆ, ਜਦੋਂ ਤੁਸੀਂ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ ਦੇ ਨਾਲ ਹੀ ਅਗਲੀ ਗੱਲ ਬਾਬਾ ਜੀ ਇਹ ਕਹਿੰਦੇ ਨੇ, ਮਹਾਰਾਜ ਇਹ ਕਹਿੰਦੇ ਨੇ ਕਿ ਤੁਹਾਨੂੰ ਸੱਚੇ ਆਚਾਰ ਦੇ ਨਾਲ ਹਰ ਇੱਕ ਦੁਨੀਆ ਦੇ ਵਿੱਚ ਜੋ ਵੀ ਇਨਸਾਨ ਹੈ, ਜੋ ਵੀ ਕੋਈ ਤੁਹਾਡੇ ਸਾਹਮਣੇ ਆਉਂਦਾ, ਤੁਸੀਂ ਇਹ ਸੋਚੋ ਕਿ ਉਸ ਹਰ ਇੱਕ ਬੰਦੇ ਦੇ ਵਿੱਚ ਇੱਕੋ ਹੀ ਜੋਤ ਹੈ। ਆਪਾਂ ਇਹ ਗੱਲ ਪਿਛਲੀ ਵਾਰੀ ਵੀ ਕੀਤੀ ਸੀਗੀ ਕਿ ਜਦੋਂ ਤੁਸੀਂ ਇਸ ਲੈਵਲ 'ਤੇ ਆ ਜਾਓਗੇ, ਜਦੋਂ ਤੁਹਾਨੂੰ ਆਪਣੇ ਦੁਸ਼ਮਣ ਦੇ ਵਿੱਚ ਵੀ ਉਸ ਇੱਕ ਦੀ ਹੀ ਜੋਤ ਦਿਖੂਗੀ ਜਿਹਨੂੰ ਤੁਸੀਂ ਪੂਜਦੇ ਹੋ, ਜਿਹਨੂੰ ਤੁਸੀਂ ਮੰਨਦੇ ਹੋ, ਜਿਹੜਾ ਤੁਹਾਡਾ ਗੁਰੂ ਆ, ਜਿਹੜਾ ਤੁਹਾਡਾ ਇਸ਼ਟ ਆ, ਜਾਂ ਜਿਸ ਤਰੀਕੇ ਨਾਲ ਵੀ ਤੁਸੀਂ ਉਹਨੂੰ ਇੰਟਰਪ੍ਰੈਟ ਕਰਨਾ ਚਾਹੁੰਦੇ ਹੋ, ਜਦੋਂ ਤੁਹਾਨੂੰ ਹਰ ਇੱਕ ਬੰਦੇ ਵਿੱਚ, ਮੇਰੇ ਵਿੱਚ ਵੀ ਤੁਹਾਨੂੰ ਉਹੀ ਜੋਤ ਨਜ਼ਰ ਆ ਰਹੀ ਹੈ, ਤੁਹਾਨੂੰ ਕਿਸੇ ਹੋਰ ਦੇ ਵਿੱਚ ਵੀ, ਤੁਹਾਡੇ ਦੁਸ਼ਮਣ ਦੇ ਵਿੱਚ ਵੀ ਉਹੀ ਜੋਤ ਨਜ਼ਰ ਆਊਗੀ, ਤਾਂ ਉੱਥੇ ਜਾ ਕੇ ਫਿਰ ਤੁਸੀਂ ਗੁਰੂ ਪਾਤਸ਼ਾਹ ਦੀਆਂ ਗੱਲਾਂ ਨੂੰ ਸਮਝਣਾ ਸ਼ੁਰੂ ਕਰ ਦੋਗੇ। ਫਿਰ ਤੁਹਾਡੇ ਅੰਦਰੋਂ ਜਿਹੜਾ ਨਫ਼ਰਤ ਦਾ ਜਿਹੜਾ ਦਰਵਾਜ਼ਾ ਨਾ, ਉਹ ਵੀ ਟੁੱਟਣਾ ਸ਼ੁਰੂ ਹੋ ਜਾਊਗਾ, ਉਹ ਕੰਧ ਵੀ ਟੁੱਟਣੀ ਸ਼ੁਰੂ ਹੋ ਜਾਊਗੀ, ਨਫ਼ਰਤ ਖਤਮ ਹੁੰਦੀ ਜਾਊਗੀ, ਗੁੱਸਾ ਖਤਮ ਹੁੰਦਾ ਜਾਊਗਾ, ਔਰ ਇਸੇ ਤਰੀਕੇ ਦੇ ਨਾਲ ਫਿਰ ਤੁਸੀਂ ਅੱਗੇ ਚੱਲਦੇ ਜਾਓਗੇ। ਪਰ ਹੁਣ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਇਹ ਵੀ ਹੈ ਕਿ ਸੱਚਾ ਆਚਾਰ ਜਿਹੜਾ ਹੈ, ਇਹਨੂੰ ਸਿਰਫ ਇਹ ਨਾ ਸਮਝ ਲਿਓ ਜੇ ਕਿ ਸਾਨੂੰ ਹਰ ਕਿਸੇ ਵਿੱਚ ਜੇ ਉਹਦੀ ਜੋਤ ਹੈ। ਅਕਸਰ ਇਹ ਸਵਾਲ ਆ ਜਾਂਦਾ ਹੈ ਕਿ ਜਦੋਂ
ਹਰ ਕਿਸੇ ਵਿੱਚ ਉਹਦੀ ਜੋਤ ਹੈ, ਤਾਂ ਫਿਰ ਕੋਈ ਗਲਤੀ ਨਹੀਂ ਹੈ। ਇੱਥੇ ਸਾਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਪਊਗਾ ਕਿ ਸੱਚੇ ਆਚਾਰ ਦਾ ਮਤਲਬ ਆਪਣੇ ਅੰਦਰੋਂ ਗੁੱਸਾ ਔਰ ਨਫ਼ਰਤ ਔਰ ਦਵੇਸ਼ ਖਤਮ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੱਚ ਦੇ ਹੱਕ ਵਿੱਚ ਖੜੇ ਹੀ ਨਾ ਹੋਵੋ, ਹੈ ਨਾ। ਉਹ ਖੜੇ ਹੋਣਾ ਜ਼ਰੂਰੀ ਹੈ, ਕਿਉਂਕਿ ਪਹਿਲੀ ਲਾਈਨ ਇਹ ਆ, ਸੱਚੋ ਉਰੇ ਸਭ ਕੋ। ਸਭ ਤੋਂ ਪਹਿਲਾਂ ਜਿਹੜਾ ਹੈ ਉਹ ਸੱਚ ਹੈ, ਔਰ ਉਸ ਤੋਂ ਵੀ ਉੱਪਰ ਆਉਂਦਾ ਤੁਹਾਡਾ ਸੱਚਾ ਆਚਾਰ। ਕਿ ਇਹ ਨਾ ਹੋਵੇ ਕਿ ਤੁਸੀਂ ਹੱਕ ਸੱਚ ਲਈ ਖੜੇ ਹੀ ਹੁੰਦੇ ਰਹੋ ਅਤੇ ਆਪ ਤੁਸੀਂ ਉਹ ਕੰਮ ਕਰਦੇ ਹੀ ਨਾ ਹੋਵੋ, ਹੈ ਨਾ। ਇਹ ਜਿਹੜੀ ਇਸ ਚੀਜ਼ ਨੂੰ ਡੀਕੋਡੀਫਾਈ ਕਰਕੇ, ਡੀਕਨਸਟਰਕਟ ਕਰਕੇ ਸਮਝਿਓ, ਅਤੇ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਗੁਰੂ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ। ਹੁਣ ਤੁਸੀਂ ਸੱਚ ਲਈ ਖੜਨਾ ਵੀ ਹੈ, ਔਰ ਉਸ ਤੋਂ ਉੱਪਰ ਤੁਸੀਂ ਆਪਣੇ ਆਚਾਰ ਵਿੱਚ ਵੀ ਉਹ ਸੱਚਾਈ ਜਿਹੜੀ ਆ ਲੈ ਕੇ ਆਉਣੀ ਆ। ਹੁਣ ਅਗਲੀ ਗੱਲ ਜਿਹੜੀ ਆਊਗੀ ਉਹ ਆਊਗੀ ਕਿ ਜਦੋਂ ਤੁਸੀਂ ਸੱਚ ਲਈ ਖੜੇ ਹੁੰਦੇ ਆ ਤਾਂ ਤੁਹਾਨੂੰ ਮੁਸ਼ਕਿਲਾਂ ਵੀ ਆਉਣਗੀਆਂ, ਔਰ ਉਦੋਂ ਫਿਰ ਗੁਰੂ ਮਹਾਰਾਜ ਤੁਹਾਨੂੰ ਇਹ ਹਿਦਾਇਤ ਦਿੰਦੇ ਨੇ, ਮਨ ਰੇ ਸਾਚੀ ਖਸਮ ਰਜਾਈ, ਕਿ ਜੇ ਤੁਹਾਨੂੰ ਮੁਸ਼ਕਿਲਾਂ ਵੀ ਆ ਰਹੀਆਂ ਫਿਰ ਸਮਝੋ ਕਿ ਇਹ ਉਸ ਸੱਚੇ ਖਸਮ ਦੀ ਰਜਾਈ ਹੈ, ਉਹਦੀ ਵਿਲ ਹੈ, ਔਰ ਤੁਸੀਂ ਉਹਦੇ ਵਿੱਚ ਰਹੋ। ਜੇ ਕਿਸਾਨ ਪ੍ਰੋਟੈਸਟ ਦੇ ਵਿੱਚ ਅੱਜ ਉੱਥੇ ਬਹੁਤ ਮੀਂਹ ਪੈ ਗਿਆ, ਤਾਂ ਮੈਂ ਬੜੇ ਸਾਰੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ, ਜੀ ਕੋਈ ਗੱਲ ਨਹੀਂ, ਜੋ ਪਰਮਾਤਮਾ ਨੂੰ ਮਨਜ਼ੂਰ। ਇਹ ਸੱਚ ਦੀ ਰਜਾਈ 'ਚ ਰਹਿਣਾ ਆ। ਤੁਸੀਂ ਸੱਚ ਦੇ ਲਈ ਖੜੇ ਹੋਣਾ, ਤੁਹਾਡੇ ਆਪਣੇ ਕਿਰਦਾਰ ਦੇ ਵਿੱਚ ਸੱਚ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਜੋ ਵੀ ਤੁਹਾਡੇ ਨਾਲ ਹੋਵੇ ਤੁਸੀਂ ਉਹਨੂੰ ਵੀ ਉਸ ਸੱਚ ਦੀ ਹੀ ਰਜ਼ਾ ਮੰਨ ਕੇ ਚੱਲੋਗੇ। ਫਿਰ ਤੁਹਾਨੂੰ ਵਾਹਿਗੁਰੂ ਦਾ ਜਿਹੜਾ ਪੂਰਨ ਅਰਥ ਆ ਉਹ ਸਮਝ ਆਉਂਦਾ ਆ। ਉਸ ਤੋਂ ਅੱਗੇ ਆਉਂਦਾ ਆ, ਜਦੋਂ ਹੁਣ ਐਸਾ ਕਿਰਦਾਰ ਖੜਾ ਹੋ ਗਿਆ ਜਿਹੜਾ ਕਿ ਸੱਚ ਦੇ ਉੱਤੇ ਪਹਿਰਾ ਵੀ ਦਿੰਦਾ, ਜਿਹਦੀ ਆਪਣੀ ਕਿਰਦਾਰ ਦੇ ਵਿੱਚ ਵੀ ਸੱਚਾਈ ਹੈ, ਔਰ ਉਹ ਜੋ ਵੀ ਉਸ ਤੋਂ ਬਾਅਦ ਮੁਸ਼ਕਿਲ ਆਉਣ, ਚੰਗਾ ਹੋਵੇ, ਹਰ ਇੱਕ ਚੀਜ਼ ਨੂੰ ਉਸ ਸੱਚੇ ਖਸਮ ਦੀ ਰਜ਼ਾ ਮੰਨ ਕੇ ਚੱਲਦਾ, ਉਸ ਪਰਮਾਤਮਾ ਦੀ ਰਜ਼ਾ ਮੰਨ ਕੇ ਚੱਲਦਾ। ਜਦੋਂ ਐਸਾ ਕਿਰਦਾਰ ਖੜਾ ਹੋ ਗਿਆ ਨਾ, ਫਿਰ ਤੁਹਾਨੂੰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ ਰਹਿ ਜਾਂਦੀ, ਕਿਉਂਕਿ ਫਿਰ ਤੁਸੀਂ ਸਰੀਰ ਰਹਿ ਹੀ ਨਹੀਂ ਜਾਂਦੇ। ਫਿਰ ਤੁਸੀਂ ਜਿਹੜਾ ਹੈ ਉਹ ਤੁਹਾਡੀ ਸੁਰਤ ਬਣ ਜਾਂਦੀ ਹੈ। ਫਿਰ ਚੇਲਾ ਸੁਰਤ ਹੋ ਜਾਂਦਾ ਔਰ ਗੁਰੂ ਸ਼ਬਦ ਹੋ ਜਾਂਦਾ। ਫਿਰ ਤੁਹਾਨੂੰ ਸਰੀਰ, ਨਾ ਤੁਹਾਨੂੰ ਇਸ ਸਰੀਰ ਦਾ ਮਤਲਬ ਪਤਾ ਲੱਗਦਾ, ਨਾ ਤੁਹਾਨੂੰ ਲੱਗਦਾ ਕਿ ਇਹ ਸਰੀਰ ਇੰਪੋਰਟੈਂਟ ਆ, ਨਾ ਤੁਹਾਨੂੰ ਅਗਲੇ ਦੇ ਸਰੀਰ ਦੇ ਨਾਲ ਕੋਈ ਖਿੱਚ ਹੁੰਦੀ ਆ। ਸਾਨੂੰ ਕਿਸੇ ਸਰੀਰਾਂ ਤੋਂ ਅਸੀਂ ਬਾਹਰ ਹੋ ਜਾਂਦੇ ਹਾਂ, ਔਰ ਇਹ ਕਿਰਦਾਰ ਖੜਾ ਕਰਨ ਨੂੰ ਹੀ ਗੁਰੂ ਮਹਾਰਾਜ ਨੂੰ 10 ਜਾਮਿਆਂ ਦੇ ਵਿੱਚ ਆਉਣਾ ਹੈ ਨਾ। ਉਹਨਾਂ ਨੂੰ ਇਸ ਤਰੀਕੇ ਨਾਲ, ਇਸ ਕੰਟੀਨਿਊਟੀ ਵਿੱਚ ਸਮਝਣਾ ਪਊਗਾ। ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਆਪ ਸੁਰਤ ਬਣ ਗਏ ਨਾ, ਤੁਹਾਡੀ ਪੂਰਤੀ ਕਿਸੇ ਵੀ, ਕਿਉਂਕਿ ਤੁਸੀਂ ਦੇਹ ਦੇ ਵਿੱਚ ਨਹੀਂ, ਤੁਸੀਂ ਦੇਹ ਦੇ ਨਾਲ ਸਮਝ ਨਹੀਂ ਰਹੇ, ਹੈ ਨਾ। ਤੁਹਾਨੂੰ ਸ਼ਬਦ ਦੇ ਲੜ ਹੀ ਲੱਗਣਾ ਪਊਗਾ। ਉਸ ਤੋਂ ਥੱਲੇ ਤੁਹਾਨੂੰ ਕੋਈ ਵੀ, ਤੁਸੀਂ ਕਿਸੇ ਵੀ ਤਰੀਕੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ, ਕਿਉਂਕਿ ਜਦੋਂ ਸੁਰਤ ਚੇਲਾ ਹੋਊਗੀ ਤਾਂ ਸਰੀਰ ਜਿਹੜਾ ਹੈ ਉਹ ਗੁਰੂ ਨਹੀਂ ਹੋ ਸਕਦਾ। ਇੰਨੀ ਕੁ ਚੀਜ਼ ਨੂੰ ਆਪਣੇ ਪੱਲੇ ਬਿਠਾ ਲਈਏ। ਜਦੋਂ ਤੱਕ ਅਸੀਂ ਆਪਣੇ ਸਰੀਰ ਦੇ ਅੰਦਰ ਰਹਿ ਕੇ ਸੋਚਦੇ ਹਾਂ, ਜਦੋਂ ਤੱਕ ਮੇਰੀ ਆਈਡੈਂਟੀਟੀ ਆਹ ਬੋਡੀ ਆ, ਉਦੋਂ ਤੱਕ ਤਾਂ ਮੈਨੂੰ ਕਿਸੇ ਗੁਰੂ ਜਿਹੜਾ ਹੈ ਉਹ ਵੀ ਕੋਈ ਸਰੀਰ ਦੀ ਚਾਹੀਦਾ। ਪਰ ਜਦੋਂ ਮੇਰਾ ਲੈਵਲ, ਜਿਸ ਲੈਵਲ 'ਤੇ ਗੁਰੂ ਪਾਤਸ਼ਾਹ ਸਾਨੂੰ ਲੈ ਕੇ ਗਏ, ਜਦੋਂ ਸਾਡਾ ਲੈਵਲ ਉਹ ਬਣ ਜਾਂਦਾ, ਫਿਰ ਇਹ ਸਰੀਰ ਖਤਮ ਹੋ ਜਾਂਦਾ। ਫਿਰ ਮੇਰੀ ਜਿਹੜੀ ਕੌਨਸ਼ੀਅਸਨੈਸ ਆ ਉਹ ਸਿਰਫ ਸੁਰਤ ਰਹਿ ਜਾਂਦੀ ਹੈ, ਅਤੇ ਉਹ ਜਿਹੜੀ ਸੁਰਤ ਆ ਉਹ ਫਿਰ ਚੇਲਾ ਹੋਊਗੀ ਸ਼ਬਦ ਗੁਰੂ ਦਾ। ਹੁਣ ਜਦੋਂ ਇੱਥੋਂ ਤੱਕ ਆ ਗਏ ਆਪਾਂ, ਤਾਂ ਫਿਰ ਪਿਛਲੀ ਵਾਰੀ ਵੀ ਇਹੀ ਗੱਲ ਕੀਤੀ ਸੀਗੀ ਕਿ ਜਿਹੜਾ ਸਰੀਰ ਹੈ ਫਿਰ ਸਿਰਫ ਤੁਹਾਡੀ ਕਰਮ ਧਰਤੀ ਬਣ ਕੇ ਰਹਿ ਜਾਂਦਾ। ਔਰ ਇਸ ਕਰਮ ਧਰਤੀ ਦੇ ਵਿੱਚ, ਜਦੋਂ ਪਿਛਲੀ ਵਾਰੀ ਆਪਾਂ ਇਹੀ ਗੱਲ ਕੀਤੀ ਸੀਗੀ ਕਿ ਇਸ ਕਰਮ ਧਰਤੀ ਦੇ ਉੱਤੇ ਜੋ ਬੀਜੋਗੇ ਤੁਹਾਨੂੰ ਉਹ ਮਿਲ ਜਾਣਾ। ਤੁਸੀਂ ਪੁੰਨ ਬੀਜਦੇ ਹੋ, ਪੁੰਨ ਮਿਲਦਾ। ਤੁਸੀਂ ਸੱਚ ਬੀਜੋਗੇ, ਸੱਚ ਮਿਲੂਗਾ। ਜੇ ਤੁਸੀਂ ਪਾਪ ਬੀਜੋਗੇ ਤਾਂ ਤੁਹਾਨੂੰ ਪਾਪ ਮਿਲੂਗਾ। ਸੋ ਇਹ ਜਿਹੜਾ ਸਰੀਰ ਹੈ ਕਰਮ ਧਰਤੀ ਆ। ਹੁਣ ਜਿਹੜਾ ਕੌਨਸ਼ੀਅਸਲੀ ਅਵੇਕਨਡ ਬੰਦਾ, ਜਿਹਦੀ ਸੁਰਤ ਜਿਹੜੀ ਆ ਉਹ ਚੇਲਾ ਹੋ ਗਈ ਆ ਸ਼ਬਦ ਗੁਰੂ ਦੀ, ਉਹਦਾ ਆ ਸਰੀਰ ਜਿਹੜਾ ਉਹ ਕਦੀ ਵੀ ਇਹਦੇ ਵਿੱਚ ਪਾਪ ਨਹੀਂ ਬੀਜ ਸਕਦਾ, ਉਹ ਸੱਚ ਹੀ ਬੀਜੂਗਾ, ਕਿਉਂਕਿ ਉਹਦੇ ਕਿਰਦਾਰ ਦੇ ਵਿੱਚ ਸੱਚ ਆ ਗਿਆ। ਜਦੋਂ ਸਾਡੇ ਇਸ ਬੋਡੀ ਦੇ ਵਿੱਚੋਂ ਸਾਡੀ ਕੌਨਸ਼ੀਅਸਨੈਸ ਬਾਹਰ ਹੋ ਗਈ ਨਾ, ਉਦੋਂ ਸਾਨੂੰ ਫਿਰ ਮਰਨ ਦਾ ਇੱਕ ਸਲੀਕਾ ਵੀ ਆ ਜਾਂਦਾ। ਫਿਰ ਸਾਨੂੰ ਇਸ ਬੋਡੀ ਦੇ ਉੱਤੇ ਉਦੋਂ ਫਿਰ ਸ਼ਹਾਦਤਾਂ ਸਮਝ ਆਉਂਦੀਆਂ ਨਾ, ਕਿਉਂਕਿ ਜਦੋਂ ਤੱਕ ਸਾਨੂੰ ਮਰਨ ਤੋਂ ਡਰ ਕਿਉਂ ਲੱਗਦਾ, ਕਿਉਂਕਿ ਸਾਨੂੰ ਲੱਗਦਾ ਜੇ ਮੈਂ ਮਰ ਗਈ ਤਾਂ ਆਹ ਜਿਹੜੀ ਬੋਡੀ ਹੈ ਖਤਮ ਹੋ ਜਾਣੀ ਆ, ਇਹਦੇ ਨਾਲ ਜਿਹੜੇ ਹੋਰ ਸੰਗੀ ਸਾਥੀ ਜੋ ਰਿਸ਼ਤੇ ਨਾਤੇ ਆ ਉਹ ਵੀ ਖਤਮ ਹੋ ਜਾਣੇ ਆ, ਔਰ ਫਿਰ ਪਤਾ ਨਹੀਂ ਮੇਰਾ ਕੀ ਹੋਊਗਾ। ਐਂਡ ਦਿਸ ਇਜ਼ ਦੀ ਪ੍ਰੋਬਲਮ। ਜਦੋਂ ਤੁਸੀਂ ਇਹ ਸਮਝ ਲੈਂਦੇ ਆ ਕਿ ਇਹ ਜਿਹੜੀ ਬੋਡੀ ਆ ਇਹ ਸਿਰਫ ਤੁਹਾਡੀ ਕਰਮ ਭੂਮੀ ਆ, ਤੁਸੀਂ ਇਹਦੇ ਉੱਤੇ ਸਿਰਫ ਬੀਜਣਾ ਹੈ, ਜਦੋਂ ਤੁਹਾਨੂੰ ਇੰਨੀ ਗੱਲ ਸਮਝ ਲੱਗ ਜਾਂਦੀ ਹੈ ਨਾ, ਉਦੋਂ ਫਿਰ ਮਰਨਾ ਸੌਖਾ ਹੋ ਜਾਂਦਾ, ਔਰ ਮਰ ਕੇ ਹੀ ਜੀਣਾ ਹੁੰਦਾ ਆ।
ਬੇਸਿਕਲੀ ਇਹਨੂੰ ਅਗਰ ਆਪਾਂ ਇੰਨਾ ਕੁ ਸਮਝ ਲਈਏ, ਕਿਉਂਕਿ ਜੀਂਦੇ ਸਿਰਫ ਉਹ ਲੋਕ ਨੇ, ਸਾਹ ਲੈਣ ਨੂੰ ਜੀਣਾ ਨਹੀਂ ਕਿਹਾ ਜਾਂਦਾ। ਜਿਨ੍ਹਾਂ ਲੋਕਾਂ ਨੇ ਇਹ ਸਰ ਕਰ ਲਿਆ ਨਾ ਕਿ ਮੌਤ ਤਾਂ ਅੱਜ ਵੀ ਆਉਣੀ ਆ, ਕੱਲ੍ਹ ਵੀ ਆਉਣੀ ਆ, ਜਿੰਨਾ ਚਿਰ ਜੀਏ ਘੱਟੋ ਘੱਟ ਸ਼ਾਨ ਨਾਲ, ਘੱਟੋ ਘੱਟ ਆਪਣੇ ਸੈਲਫ ਰਿਸਪੈਕਟ ਨਾਲ ਤਾਂ ਜੀਏ। ਜਿਹੜੇ ਇਹ ਲੋਕ ਜਦੋਂ ਇਹ ਸਮਝਣਾ ਸ਼ੁਰੂ ਕਰ ਦਿੰਦੇ ਆ, ਫਿਰ ਉਹਨਾਂ ਲਈ ਮੌਤ ਸੌਖੀ ਹੋ ਜਾਂਦੀ ਆ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੀਣਾ ਕਿਹਨੂੰ ਕਹਿੰਦੇ ਆ, ਹੈ ਨਾ। ਉਹ ਉਦੋਂ ਜਦੋਂ ਤੁਸੀਂ ਉਸ ਲੈਵਲ 'ਤੇ ਚਲੇ ਗਏ, ਫਿਰ ਜਦੋਂ ਗੁਰੂ ਪਾਤਸ਼ਾਹ ਤੱਤੀ ਤਵੀ 'ਤੇ ਵੀ ਬੈਠਦੇ ਆ, ਤਾਂ ਫਿਰ ਉਹ ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਇਹ ਜਿਹੜਾ ਸਰੀਰ ਆ, ਮੈਂ ਆਪਣੀ ਕਰਮ ਭੂਮੀ 'ਤੇ ਜੋ ਬੋਣਾ ਸੀ ਬੋ ਦਿੱਤਾ, ਬਹੁਤ ਵਧੀਆ ਮੈਂ ਖੱਟਿਆ, ਇਹ ਸਰੀਰ ਹੁਣ ਚਲਾ ਵੀ ਜਾਊਗਾ, ਅਤੇ ਪਰ ਮੇਰਾ ਜਿਹੜਾ ਮੇਰਾ ਗਿਆਨ ਹੈ ਉਹ ਇੱਥੇ ਹੀ ਰਹਿਣਾ। ਔਰ ਉਸੇ ਰਸਤੇ ਦੇ ਉੱਪਰ ਚੱਲਦੇ ਚੱਲਦੇ 9ਵੇਂ ਗੁਰੂ ਪਾਤਸ਼ਾਹ ਤੱਕ ਆਪਾਂ ਆਉਂਦੇ ਹਾਂ, ਫਿਰ 10ਵੇਂ ਗੁਰੂ ਪਾਤਸ਼ਾਹ। ਹੁਣ ਉਹਨਾਂ ਦਾ ਬੋਡੀਜ਼ ਦੇ ਨਾਲ ਕੋਈ ਲਗਾਵ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਕਿ ਬੋਡੀ ਸਿਰਫ ਕਰਮ ਭੂਮੀ ਆ, ਸੁਰਤ ਜਿਹੜੀ ਆ ਉਹ ਅਲੱਗ ਹੈ, ਔਰ ਉਹਦਾ ਗੁਰੂ ਵੀ ਅਲੱਗ ਹੈ। ਜਦੋਂ ਤੁਹਾਡੇ ਵਿੱਚ ਉਹਨਾਂ ਨੇ ਜਾਂ ਸਾਡੇ ਵਿੱਚ ਉਹਨਾਂ ਨੇ ਉਹ ਕੌਨਸ਼ੀਅਸਨੈਸ ਪਾ ਦਿੱਤੀ ਗੁਰੂ ਪਾਤਸ਼ਾਹ ਨੇ, ਉਦੋਂ ਫਿਰ ਸਾਨੂੰ ਉਹ ਗੁਰੂ ਸ਼ਬਦ ਗੁਰੂ ਦੇ ਲੜ ਲਾਉਂਦੇ ਨੇ, ਕਿਉਂਕਿ ਫਿਰ ਉਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਸੱਦਾ ਕਬੂਲ ਕਰਨ ਦੇ ਕਾਬਲ ਹੋ ਜਾਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦਾ ਸੱਦਾ ਕੀ? ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਉਦੋਂ ਅਸੀਂ, ਕਿਉਂਕਿ ਉਹਨਾਂ ਨੇ ਤਾਂ ਤੁਹਾਨੂੰ ਪਹਿਲੇ ਜਾਮੇ ਵਿੱਚ ਹੀ ਸੱਦਾ ਦਿੱਤਾ ਕਿ ਮੇਰੀ ਗਲੀ ਆਓ ਜ਼ਰੂਰ, ਪਰ ਤਾਂ ਜੇ ਤੁਹਾਨੂੰ ਜੇ ਸਿਰ ਧਰ ਤਲੀ ਗਲੀ ਮੁਰੀ ਆਉਂਦਾ, ਜੇ ਹੁਨਰ ਆਉਂਦਾ ਤਾਂ ਫਿਰ ਆ ਸਕਦੇ ਹਾਂ ਤੁਸੀਂ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਇਸ ਲੈਵਲ 'ਤੇ ਜਦੋਂ ਤੁਸੀਂ ਖੜ੍ਹੇ ਹੋ ਜਾਂਦੇ ਆ, ਹੁਣ ਤੁਸੀਂ ਆਪਣੇ ਆਪ 2 ਮਿੰਟ ਸਿਰਫ ਆਪਣੇ ਆਪ ਨੂੰ ਇੱਕ ਕੰਟੈਂਪਲੇਟ ਕਰਕੇ ਸੋਚਣ ਦੀ ਕੋਸ਼ਿਸ਼ ਕਰਿਓ ਜੇ ਕਿ ਉਹ ਲੋਕ ਕਿਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਇਤ ਮਾਰਗ ਪੈਰ ਧਰੀਜੇ, ਜਿਹੜੇ ਇਸ ਗੱਲ ਨੂੰ ਸਮਝਣਗੇ ਸਿਰ ਦੀਜੇ ਕਾਣ ਨਾ ਕੀਜੇ, ਉਹ ਬਾਅਦ ਵਿੱਚ ਹੋਏ ਨਾ। ਹੁਣ ਤੁਸੀਂ ਇਹ ਸੋਚੋ ਕਿ ਜਿੱਥੋਂ ਚੱਲੇ ਸੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਜਿਹੜੇ ਲੋਕ ਦੱਬੇ ਕੁਚਲੇ ਲੋਕ ਸੀ, ਜਿਹੜੇ ਜੀ ਹਜ਼ੂਰੀ ਦੇ ਵਿੱਚ ਵੜੇ ਹੋਏ ਸੀ, ਜਿਹੜੇ ਕਰਮ ਕਾਂਡਾਂ ਦੇ ਨਾਲ ਲੱਗੇ ਹੋਏ ਸੀ, ਤੁਹਾਨੂੰ ਲੱਗਦਾ ਕਿ ਉਹ ਇੱਦਾਂ ਕਰ ਸਕਦੇ ਸੀਗੇ? ਅੱਜ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਸਾਰੇ ਜਾਣੇ ਆਪਾਂ ਸਿੱਖ ਹੀ ਸਾਰੇ ਕਹਿੰਦੇ ਆ ਕਿ ਇਹ ਸਿੱਖ ਆ, ਇਹ ਪੰਜਾਬ, ਅੱਜ ਇਹੀ ਨਾਅਰੇ ਚੱਲਦੇ ਆ ਨਾ, ਅੱਜ ਇਹ ਪੰਜਾਬ ਆ, ਇਹਨੂੰ ਤੁਸੀਂ ਦਿੱਲੀ ਨਾ ਸਮਝ ਲਿਓ, ਇਹਨੂੰ ਤੁਸੀਂ ਕਿਉਂ, ਕੀ ਫ਼ਰਕ ਕੀ ਹੈ ਤੁਹਾਡੇ ਵਿੱਚ? ਕਿਉਂਕਿ ਤੁਹਾਡਾ ਕਿਰਦਾਰ ਡਿਵੈਲਪ ਹੋ ਗਿਆ, ਤੁਹਾਡਾ ਕਿਰਦਾਰ ਗੁਰੂ ਪਾਤਸ਼ਾਹ ਨੇ ਖੜ੍ਹਾ ਕੀਤਾ, ਔਰ ਉਹਨਾਂ ਨੇ ਇਸ ਲੈਵਲ 'ਤੇ ਲੈ ਗਏ ਕਿ ਜਦੋਂ ਤੁਸੀਂ ਜਾ ਕੇ ਇਹ ਕਹਿ ਸਕਦੇ ਹੋ ਕਿ ਜੇ ਮੈਂ ਇਸ ਮਾਰਗ 'ਤੇ ਪੈਰ ਧਰ ਲਿਆ ਨਾ, ਫਿਰ ਮੈਂ ਵਾਪਸ ਨਹੀਂ ਹਟਦਾ, ਉਸ ਲੈਵਲ ਦੇ ਉੱਤੇ। ਔਰ ਉਹ ਤਾਂ ਹੋਊਗਾ ਜੇ ਤੁਸੀਂ ਸੱਚ ਦੇ ਨਾਲ ਖੜਨਾ ਜਾਣਦੇ ਹੋ, ਜੇ ਤੁਸੀਂ ਸੱਚ ਦੇ ਲਈ ਮਰਨਾ ਜਾਣਦੇ ਹੋ, ਜੇ ਤੁਹਾਡੀ ਆਪਣੀ ਜਿਹੜਾ ਕਿਰਦਾਰ ਹੈ ਉਹਦੇ ਵਿੱਚ ਵੀ ਸੱਚ ਹੈ। ਫਿਰ ਉਸ ਤੋਂ ਬਾਅਦ ਹੁਣ ਇਹਦੇ 'ਚ ਇੱਕ ਬੜੀ ਹੋਰ ਪਿਆਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋਗੇ। ਜਦੋਂ ਆਪਾਂ ਆਪਣੇ ਆਸ-ਪਾਸ ਦਾ ਵਰਤਾਰਾ, ਤੁਸੀਂ ਕਿਸਾਨ ਪ੍ਰੋਟੈਸਟ ਨੂੰ ਹੀ ਲੈ ਲਓ, ਉਹਨੂੰ ਇੱਕ ਮਾਡਲ ਦੇ ਰੂਪ ਦੇ ਵਿੱਚ ਦੇਖਿਓ। ਇਹ ਲੋਕ ਜਿਹੜੇ ਅੱਜ ਉੱਥੇ ਇਕੱਠੇ ਹੋ ਕੇ ਬੈਠੇ ਹੋਏ ਨੇ, ਕੋਈ ਚਾਹੇ ਉੱਥੇ ਜਾ ਕੇ ਕਹੇ ਕਿ ਅਸੀਂ ਸਿੱਖੀ ਦਾ ਜਿਹੜਾ ਫਲਸਫਾ ਉਹਨੂੰ ਲਾਗੇ ਨਹੀਂ ਲੱਗਣ ਦੇਣਾ, ਪਰ ਉਹ ਚੱਲ ਉੱਥੇ ਸਿੱਖੀ ਫਲਸਫੇ ਦੇ ਨਾਲ ਹੀ ਰਿਹਾ, ਸਾਰਾ ਕੁਛ ਲੰਗਰ ਤੋਂ ਲੈ ਕੇ ਸੇਵਾ ਭਾਵ ਸਾਰਾ ਸਿੱਖੀ ਫਲਸਫੇ ਨਾਲ ਹੀ ਚੱਲ ਰਿਹਾ, ਤੁਸੀਂ ਸਿੱਖੀ ਮਾਈਨਸ ਹੀ ਨਹੀਂ ਕਰ ਸਕਦੇ। ਜੇ ਅੱਜ ਉਹ ਜਿਹੜੇ ਲੋਕ ਉੱਥੇ ਬੈਠੇ ਹੋਏ ਨੇ, ਜਦੋਂ ਤੁਸੀਂ ਇਹ ਘਰਾਂ ਨੂੰ ਪਰਤਣਗੇ, ਤੁਸੀਂ ਇਹਨਾਂ ਨੂੰ ਇਕੱਲੇ ਕਰਕੇ ਸਮਝਿਓ, ਤਾਂ ਕਿਆ ਇਹ ਲੋਕ ਇੰਨੇ ਹੀ ਪਾਵਰਫੁੱਲ ਆ? ਕਿਆ ਇਹ ਲੋਕ ਇੰਨੇ ਹੀ ਸੱਚੇ ਆ? ਆਪਣੇ ਆਪ ਹੀ ਦੇਖਿਓ, ਸ਼ਾਇਦ ਨਹੀਂ, ਕਿਉਂਕਿ ਉਸ ਟਾਈਮ, ਹੁਣ ਇਸ ਟਾਈਮ ਦੇ ਉੱਤੇ ਜਿਹੜਾ ਉੱਥੇ ਵਰਤਾਰਾ ਵਰਤ ਰਿਹਾ ਨਾ, ਉਹ ਪੰਥ ਦਾ ਵਰਤਾਰਾ ਵਰਤ ਰਿਹਾ। ਉੱਥੇ ਪੰਥ ਜਿਹੜਾ ਹੈ ਉਹ ਮੋਹਰੀ ਹੈ, ਔਰ ਪੰਥ ਜਦੋਂ ਹੋਊਗਾ ਤਾਂ ਉੱਥੇ ਗੁਰੂ ਨਾਨਕ ਦਾ ਜਿਹੜਾ ਘੜਿਆ ਹੋਇਆ ਕਿਰਦਾਰ ਆ ਉਹ ਸਾਹਮਣੇ ਆ ਜਾਊਗਾ। ਅੱਜ ਉੱਥੇ ਲੋਕ ਤੁਹਾਡੀ ਬੱਲੇ ਬੱਲੇ ਕਰ ਰਹੇ ਆ, ਦੁਕਾਨਾਂ ਵਾਲੇ ਕਹਿ ਰਹੇ ਆ ਕਿ ਇਹ ਲੋਕ ਕੌਣ ਨੇ, ਇਹ ਲੋਕ ਕਿਹੋ ਜਿਹੇ ਨੇ, ਸਾਨੂੰ ਹਲਕੀ ਜਿੰਨੀ ਪੀੜ ਹੁੰਦੀ ਹੈ ਅਤੇ ਸਾਡੀ ਮਦਦ ਕਰਨ ਨੂੰ ਆਉਂਦੇ ਆ। ਹੁਣ ਜਰਾ ਆਪਾਂ ਆਪਣੇ ਆਪ ਨੂੰ ਇੰਡੀਵਿਜੂਅਲੀ ਵੇਖੀਏ ਤਾਂ ਇਹ ਚੀਜ਼ ਸਾਡੇ ਵਿੱਚ ਕਿੱਥੋਂ ਆਈ ਆ? ਇਹ ਪੰਥ ਦਾ ਹੀ ਪ੍ਰਤਾਪ ਆ ਜਿਹੜਾ ਉੱਥੇ ਵਰਤ ਰਿਹਾ। ਜਿਹੜੇ ਲੋਕ ਕਹਿ ਰਹੇ ਨੇ ਕਿ ਇਹ ਦੁਨੀਆ ਤੋਂ ਵੱਖਰੇ ਲੋਕ ਆ, ਕਿਉਂਕਿ ਤੁਸੀਂ ਉੱਥੇ ਗੁਰੂ ਨਾਨਕ ਦਾ ਪੰਥ ਹੋ ਕੇ ਵਿਚਰ ਰਹੇ ਆ। ਸੋ ਇਸ ਕਰਕੇ ਸਾਨੂੰ ਇੰਨੀਆਂ ਕੁ ਗੱਲਾਂ ਨੂੰ ਸਮਝਣਾ, ਸਾਨੂੰ ਲਾਈਨ ਸਟੈਪ ਬਾਏ ਸਟੈਪ ਸਮਝਣਾ ਪਊਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਹੱਕ ਸੱਚ ਲਈ ਖੜ੍ਹੇ ਹੋ ਸਕਦੇ ਹਾਂ। ਜਿਹੜੇ ਲੋਕ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੁੰਦਾ ਆ, ਜਾਂ ਜਦੋਂ ਉਹ ਅਵਤਾਰ ਧਾਰਨ ਕਰਦੇ, ਜਾਂ ਇਹਨੂੰ ਆਪਾਂ ਕਿਸੇ ਵੀ ਤਰੀਕੇ ਨਾਲ, ਜਦੋਂ ਆਪ ਨਾਰਾਇਣ ਕਲਾ ਧਾਰ ਇਸ ਜਗ ਮੇ ਪਰਵਰਿਓ, ਜਦੋਂ ਉਹ ਕਲਾ ਧਾਰ ਕੇ ਆਉਂਦੇ ਨੇ ਤਾਂ ਉਸ ਸਮੇਂ ਦੇ ਲੋਕ ਕਿਹੋ ਜਿਹੇ ਨੇ? ਤੁਸੀਂ ਇਹ ਸੋਚੋ। ਕਿਆ ਉਹ ਦੱਬੇ ਕੁਚਲੇ ਹੋਏ ਲੋਕ ਜਿਹਨਾਂ ਨੂੰ ਜਿਹੜੇ ਹਰ ਤਰੀਕੇ, ਜਿਹੜੇ ਕਦੀ ਵੀ ਸੱਚ ਨਾਲ ਖੜ੍ਹ ਨਹੀਂ ਸੀ ਸਕਦੇ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਆਪਣੇ ਲਈ ਖੜ੍ਹੇ ਨਹੀਂ ਹੋ ਸਕਦੇ ਉਹ ਕਿਸੇ ਦੇ ਲਈ ਖੜ੍ਹੇ ਹੋ ਸਕਦੇ ਆ? ਤੁਹਾਨੂੰ ਇਹ ਲੱਗਦਾ ਜਿਹੜੇ ਆਪਣਾ ਹੱਕ ਨਹੀਂ ਮੰਗ ਸਕਦੇ ਉਹ ਕਿਸੇ ਹੋਰ ਦਾ ਹੱਕ ਮੰਗਣਗੇ? ਕਦੀ ਵੀ ਨਹੀਂ।
ਤੁਹਾਨੂੰ ਇਹ ਲੱਗਦਾ ਕਿ ਜਿਹੜਾ ਡਰਿਆ ਹੋਇਆ ਮਾਯੂਸ ਜਿਹਾ ਬੰਦਾ ਆ ਉਹ ਕਦੀ ਸੱਚ ਨੂੰ ਸੱਚ ਕਹਿ ਸਕਦਾ ਆ? ਇਹ ਕਦੀ ਵੀ ਨਹੀਂ ਹੋ ਸਕਦਾ। ਜਿਹੜੇ ਆਪ ਡਰੇ ਹੋਏ ਲੋਕ ਆ, ਕਿਆ ਉਹ ਸਿਰ ਧਰ ਤਲੀ ਆ ਸਕਦੇ ਆ? ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿਰਫ ਅਸੀਂ ਸਾਹ ਲੈ ਰਹੇ ਹਾਂ ਅਤੇ ਅਸੀਂ ਜੀ ਰਹੇ ਹਾਂ, ਜਿਹੜੇ ਸਾਹ ਲੈਣ ਨੂੰ ਜੀਣਾ ਸਮਝੀ ਜਾਂਦੇ ਆ, ਤੁਹਾਨੂੰ ਲੱਗਦਾ ਕਿ ਉਹ ਸਿਰ ਧਰ ਤਲੀ ਆਉਣ ਦੀ ਹਿੰਮਤ ਰੱਖਦੇ? ਹੁਣ ਇਸੇ ਲਈ ਇਹੋ ਜਿਹਾ ਕਿਰਦਾਰ ਤਿਆਰ ਕਰਨ ਲਈ, ਕਿਉਂਕਿ ਤੁਹਾਨੂੰ ਅੰਮ੍ਰਿਤ ਦਾ ਦਾਨ ਦੇਣਾ ਸੀ ਉਹਨਾਂ ਨੇ, ਔਰ ਅੰਮ੍ਰਿਤ ਨੂੰ ਪਾਉਣ ਵਾਸਤੇ ਜਿਹੜਾ ਭਾਂਡਾ ਆ, ਇੱਕ ਤਾਂ ਉਹ ਸੁੱਚਾ ਹੋਣਾ ਚਾਹੀਦਾ ਸੀ ਅਤੇ ਇੱਕ ਉਹ ਵੱਡਾ ਹੋਣਾ ਚਾਹੀਦਾ ਸੀ, ਕਿਉਂਕਿ ਜਿੱਡੀ ਦਾਤ ਓਡਾ ਭਾਂਡਾ, ਉਹ ਓਡਾ ਕਿਰਦਾਰ ਤਾਂ ਹੋਵੇ ਨਾ, ਤਾਂ ਉਹ ਤੁਹਾਡਾ ਕਿਰਦਾਰ ਕੰਸਟਰਕਟ ਕੀਤਾ ਗਿਆ। ਹੁਣ ਜੇ ਤੁਸੀਂ ਇਹਨੂੰ ਸਾਰੇ ਨੂੰ ਇੱਕ ਰੀਕੈਪ ਦੇ ਵਿੱਚ ਵੇਖਣਾ ਹੋਵੇ, ਤਾਂ ਮੈਂ ਇਹਨੂੰ ਇਸ ਤਰੀਕੇ ਨਾਲ ਸਮਝਦੀ ਹੁੰਦੀ ਹਾਂ। ਜੇ ਤੁਹਾਨੂੰ ਲੱਗੇ ਕਿ ਮੈਂ ਕੋਈ ਗਲਤ ਗੱਲ ਕੀਤੀ ਹੈ ਤਾਂ ਮਾਫੀ, ਪਰ ਮੈਂ ਇਹਨੂੰ ਇਸ ਤਰੀਕੇ ਨਾਲ ਸਮਝਦੀ ਹੁੰਦੀ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਆ ਨਾ, ਉਹ ਇੱਕ ਫਾਈਨਲ ਰੀਕੈਪ ਹੈ ਸਾਡੀ ਸਾਰੀ ਹਿਸਟਰੀ ਦਾ। 10 ਗੁਰੂ ਸਾਹਿਬਾਨਾਂ ਨੇ ਜੋ ਕੀਤਾ ਫਾਈਨਲ ਰੀਕੈਪ ਹੈ। ਤੁਸੀਂ ਇਹਨੂੰ ਦੇਖਿਓ। ਬਾਬਾ ਬੰਦਾ ਬਹਾਦਰ ਜਿਹੜੇ ਨੇ ਉਹ ਇੱਕ ਅਸੈਟਿਕ, ਇੱਕ ਸਾਧੂ ਦੀ ਜ਼ਿੰਦਗੀ ਜੀ ਰਹੇ ਨੇ, ਔਰ ਉਸ ਤੋਂ ਪਹਿਲਾਂ ਉਹ ਸੀਗੇ ਸ਼ਿਕਾਰੀ। ਹੁਣ ਹਿਊਮਨ ਸਿਵਲਾਈਜੇਸ਼ਨ ਜਦੋਂ ਸ਼ੁਰੂ ਹੋਈ ਹੈ ਤਾਂ ਇਨਸਾਨ ਸ਼ਿਕਾਰੀ ਹੀ ਸੀਗਾ, ਹੈ ਨਾ, ਉਹ ਸ਼ਿਕਾਰੀ ਸੀ। ਔਰ ਉਸ ਤੋਂ ਬਾਅਦ ਫਿਰ ਵਿੱਚ ਇਹ ਕੁਛ ਨੂੰ ਵਿਹਲੇ ਬਹਿ ਕੇ ਖਾਣ ਦੀ ਆਦਤ ਹੋ ਗਈ, ਕਿਸੇ ਨੂੰ ਕੁਛ ਕਰਨ ਦੀ ਆਦਤ ਹੋ ਗਈ। ਉਹ ਸਾਰਾ ਕੁਛ ਕੀ ਬਣ ਕੇ ਸਾਹਮਣੇ ਆਇਆ ਕਿ ਉਹ ਹੌਲੀ ਹੌਲੀ ਜਦੋਂ ਉਹ ਸਾਧੂ ਬਣ ਗਏ, ਫਿਰ ਲੱਗਾ ਕਿ ਨਹੀਂ, ਸਾਨੂੰ ਪਰਮਾਤਮਾ ਨੂੰ ਪਾਉਣਾ, ਅਤੇ ਇਸ ਕਰਕੇ ਅਸੀਂ ਬਿਲਕੁਲ ਸਾਰੀ ਦੀਨ ਦੁਨੀਆ ਤੋਂ ਪਾਸੇ ਹੋ ਜਾਈਏ, ਆਪਣੇ ਵੱਖਰੇ ਪਹਾੜਾਂ 'ਤੇ ਚੜ੍ਹ ਜਾਈਏ ਜਾਂ ਜੋ ਮਰਜ਼ੀ ਕਰੀਏ, ਪਰ ਅਸੀਂ ਦੀਨ ਦੁਨੀਆ ਦੇ ਵਿੱਚ ਰਹਿਣਾ ਹੀ ਨਹੀਂ। ਔਰ ਉਦੋਂ ਉਹ ਸਾਧੂ ਹੋ ਗਏ। ਹੁਣ ਬਾਬਾ ਬੰਦਾ ਬਹਾਦਰ ਜਿਹੜੇ ਨੇ ਉਹ ਪਹਿਲਾਂ ਸ਼ਿਕਾਰੀ ਨੇ, ਯਾਨੀ ਕਿ ਹਿਊਮਨ ਸਿਵਲਾਈਜੇਸ਼ਨ ਦੀ ਸ਼ੁਰੂਆਤ। ਉਸ ਤੋਂ ਬਾਅਦ ਉਹ ਸਾਧੂ ਹੋ ਜਾਂਦੇ ਨੇ ਜਿਹਨੂੰ ਹੱਕ ਸੱਚ ਲਈ ਲੜਨ ਦਾ ਕੁਛ ਨਹੀਂ ਪਤਾ, ਜਿਹਨੂੰ ਬਿਲਕੁਲ ਇਹ ਨਹੀਂ ਪਤਾ ਕਿ ਮੈਂ ਕੀ ਕਰਨਾ ਆ, ਮੇਰੇ ਆਸ-ਪਾਸ ਦੇ ਲੋਕ ਕੀ ਆ, ਮੇਰਾ ਕਿਰਦਾਰ ਕੀ ਆ, ਮੇਰਾ ਦੁਨੀਆ ਦੇ ਉੱਤੇ ਆਉਣਾ ਕਿਉਂ ਹੋਇਆ। ਉਹ ਇੱਕ ਸਾਧੂ ਹੋ ਜਾਂਦੇ ਨੇ। ਔਰ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਆਪਣੇ ਸ਼ਰਨ 'ਚ ਲੈਂਦੇ ਆ, ਤਾਂ ਬਾਬਾ ਬੰਦਾ ਬਹਾਦਰ ਉਸੇ ਦਿਨ ਅੰਮ੍ਰਿਤ ਛਕਣ ਨੂੰ ਤਿਆਰ ਸੀ, ਪਰ ਗੁਰੂ ਪਾਤਸ਼ਾਹ ਉਹਨਾਂ ਨੂੰ ਉਸੇ ਦਿਨ ਅੰਮ੍ਰਿਤ ਨਹੀਂ ਛਕਾਉਂਦੇ। ਉਹ ਬਕਾਇਦਾ ਗੁਰੂ ਨਾਨਕ ਮਹਾਰਾਜ ਵਾਂਗੂ ਪਹਿਲਾਂ ਬਾਬਾ ਬੰਦਾ ਬਹਾਦਰ ਨੂੰ ਬਾਣੀ ਦੇ ਨਾਲ ਲਾਉਂਦੇ ਆ, ਉਹਨਾਂ ਦਾ ਉਹ ਕਿਰਦਾਰ ਡਿਵੈਲਪ ਕਰਦੇ ਆ, ਫਿਰ ਉਹਨਾਂ ਨੂੰ ਸ਼ਹੀਦੀ ਦੀ ਜਾਂਚ ਦੱਸਦੇ ਆ, ਫਿਰ ਉਹਨਾਂ ਦੀ ਉਹ ਜਿਹੜੀ ਵੈਪਨ ਟ੍ਰੇਨਿੰਗ, ਜਿਹੜੀ ਉਹਨਾਂ ਨੂੰ ਪੂਰੀ ਇੱਕ ਬਕਾਇਦਾ ਜਿਹੜਾ ਯੰਗ ਨੀਤੀ ਆ ਉਹ ਸਮਝਾਈ ਜਾਂਦੀ ਹੈ, ਔਰ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ ਜਾਂਦਾ। ਬਾਬਾ ਬੰਦਾ ਬਹਾਦਰ ਦੀ ਜਿਹੜੀ ਪੂਰੀ ਲਾਈਫ ਹੈ ਨਾ, ਜੇ ਤੁਸੀਂ ਉਹਨੂੰ ਧਿਆਨ ਨਾਲ ਸਮਝੋਗੇ ਤਾਂ ਤੁਹਾਨੂੰ ਲੱਗੂਗਾ ਕਿ 10 ਗੁਰੂ ਸਾਹਿਬਾਨਾਂ ਦਾ ਆਉਣਾ ਕਿਉਂ ਹੋਇਆ, ਉਸ ਤੋਂ ਪਹਿਲਾਂ ਕੀ ਸੀ, ਉਹ ਤੁਹਾਨੂੰ ਸਾਰਾ ਕੁਛ ਬਾਬਾ ਬੰਦਾ ਬਹਾਦਰ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਜਾਂਦਾ। ਔਰ ਉਸ ਤੋਂ ਬਾਅਦ ਜਦੋਂ ਉਹ ਉਸ ਲੈਵਲ ਦੇ ਉੱਤੇ ਪਹੁੰਚ ਗਏ, ਫਿਰ ਉਹਨਾਂ ਨੂੰ 5 ਤੀਰ ਮਿਲਦੇ ਆ, ਫਿਰ ਉਹਨਾਂ ਨੂੰ ਅੰਮ੍ਰਿਤ ਮਿਲਦਾ, ਔਰ ਉਸ ਤੋਂ ਬਾਅਦ ਫਿਰ ਉਹ ਬਕਾਇਦਾ ਸਿੱਖਾਂ ਦਾ ਪਹਿਲਾ ਰਾਜ ਵੀ ਕਾਇਮ ਕਰਦੇ ਆ। ਤਾਂ ਸਿੱਖਾਂ ਨੂੰ ਰਾਜ ਉਦੋਂ ਮਿਲਣਾ, ਗੁਰੂ ਨੇ ਤੁਹਾਨੂੰ ਰਾਜ ਤੁਹਾਡੀ ਪਲੇਟ 'ਚ ਪਾ ਕੇ ਦੇਣਾ, ਪਰ ਉਹ ਗੁਰੂ ਪਾਤਸ਼ਾਹ ਪਹਿਲਾਂ ਇਹ ਵੀ ਕਹਿ ਦਿੰਦੇ ਆ, ਤਖਤ ਬਹੇ ਤਖਤੇ ਕੇ ਲਾਇਕ, ਸਾਨੂੰ ਉਸ ਲਾਇਕ ਹੋਣਾ ਪਊਗਾ। ਸੋ ਇਸ ਤਰੀਕੇ ਨਾਲ ਸਾਨੂੰ ਸਮਝਣਾ ਪਊਗਾ, ਸਟੈਪ ਬਾਏ ਸਟੈਪ। ਹੁਣ ਅਗਲੀ ਗੱਲ ਜਿਹੜੀ ਹੈਗੀ ਆ ਕਿ ਜਦੋਂ ਆਪਾਂ ਵਾਹਿਗੁਰੂ ਸ਼ਬਦ ਵਿਚਲੇ ਜਿਹੜਾ ਗੁਰੂ ਹੈ ਉਹਨੂੰ ਸਮਝਣ ਦੀ ਗੱਲ ਕਰਦੇ ਹਾਂ, ਤਾਂ ਸਾਨੂੰ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕਿ ਪੌੜੀ ਦਰ ਪੌੜੀ ਆਉਣਾ ਪਊਗਾ। ਮੈਨੂੰ ਇੱਕ ਸਵਾਲ ਵੀ ਆਇਆ ਸੀ। ਸਵਾਲ ਇਹ ਸੀਗਾ ਕਿ ਸਾਨੂੰ ਕਿ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਸੱਚੀ ਗੁਰਬਾਣੀ ਦੇ ਮੁਤਾਬਿਕ ਪਰਮਾਤਮਾ ਨੂੰ ਜਾਣਨਾ ਚਾਹੁੰਦਾ ਹਾਂ, ਮੈਂ ਜਾਣਨਾ ਚਾਹੁੰਦਾ ਕਿ ਸ਼ਬਦ ਗੁਰੂ ਕੀ ਆ, ਮੈਂ ਸਮਝਣਾ ਚਾਹੁੰਦਾ। ਔਰ ਸ਼ਾਇਦ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦਾ ਹੀ ਸਵਾਲ ਆ, ਸ਼ਬਦ ਗੁਰੂ ਕੀ ਆ, ਕਿੱਥੇ ਆ, ਕੌਣ ਆ ਸ਼ਬਦ ਗੁਰੂ, ਆਪਾਂ ਨੂੰ ਕਿਵੇਂ ਲੱਭ ਸਕਦੇ ਹਾਂ, ਕਿਵੇਂ ਮਿਲ ਸਕਦੇ ਹਾਂ, ਹੈ ਨਾ। ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਸਾਂਝੇ ਸਵਾਲ ਆ। ਤਾਂ ਆਪਾਂ ਇਹਨੂੰ ਸਾਰੇ ਹੀ ਇੱਕ ਲੈਵਲ ਟੂ ਲੈਵਲ ਜਾ ਕੇ ਹੌਲੀ ਹੌਲੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਸਾਨੂੰ ਪਤਾ ਲੱਗੂਗਾ ਕਿ ਕਿੱਦਾਂ ਆ। ਸਾਨੂੰ ਗੁਰੂ ਨਾਨਕ ਦੇ ਪਾਏ ਪੂਰਨਿਆਂ ਦੇ ਉੱਤੇ ਸਟੈਪ ਬਾਏ ਸਟੈਪ ਚੱਲਣਾ ਪਊਗਾ। ਤਾਂ ਅੱਜ ਤੋਂ ਹੀ ਆਪਾਂ ਸਾਰੇ ਹੀ, ਮੈਂ ਵੀ ਨਾਲ, ਇੱਕ ਟੂ ਡੂ ਲਿਸਟ ਬਣਾ ਲੈਂਦੇ ਹਾਂ ਕਿ ਆਪਾਂ ਪਹਿਲਾਂ ਕੀ ਕਰਨਾ, ਫਿਰ ਕੀ ਕਰਨਾ, ਉਸ ਤੋਂ ਬਾਅਦ ਕੀ ਕਰਨਾ। ਤਾਂ ਪਹਿਲੀ ਜਿਹੜੀ ਗੁਰੂ ਪਾਤਸ਼ਾਹ ਤੁਹਾਨੂੰ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਕਰਮ ਕਾਂਡ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਜਿਹੜੇ ਤੁਸੀਂ ਦਾਨ ਪੁੰਨ ਕਰਦੇ ਆ, ਉਹਨਾਂ ਦੇ ਨਾਲ ਆਉਣ ਵਾਲਾ ਜਿਹੜਾ ਹੰਕਾਰ ਹੈ ਉਹਨੂੰ ਮਾਈਨਸ ਕਰ ਦਈਏ। ਜਦੋਂ ਵੀ ਤੁਸੀਂ ਅੱਜ ਤੋਂ ਬਾਅਦ ਕਦੀ ਵੀ ਸੋਚੋ ਕਿ ਮੈਂ ਇਹ ਵੱਡਾ ਕੋਈ ਦਾਨ ਕਰਨਾ, ਤਾਂ ਇਹ ਨਾ ਸੋਚੋ ਕਿ ਮੈਂ ਕੀਤਾ, ਇਹ ਸੋਚੋ ਕਿ ਉਹਦੇ ਖਜ਼ਾਨੇ ਸੀ, ਉਹਨਾਂ ਖਜ਼ਾਨਿਆਂ ਦੇ ਵਿੱਚੋਂ ਉਹਨੇ ਆਪ ਹੀ ਸੇਵਾ ਲਈ ਆ, ਹੈ ਨਾ। ਉਹਦਾ ਸੀਗਾ, ਉਹਨੇ ਲੈ ਲਿਆ, ਬਸ ਠੀਕ ਆ, ਗੱਲ ਖਤਮ। ਇਹਦੇ ਵਿੱਚ ਮੈਂ ਕਿਤੇ ਨਹੀਂ ਆਉਣੀ ਚਾਹੀਦੀ। ਇਹ ਕੋਸ਼ਿਸ਼ ਕਰਿਓ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਪਾਂ ਕੰਮ ਕਰੀਏ, ਅਤੇ ਉਹਨੂੰ
ਇਹ ਸੋਚ ਕੇ ਕਰਨਾ ਸ਼ੁਰੂ ਕਰੀਏ ਕਿ ਕਰਤਾ ਮੈਂ ਨਹੀਂ, ਮੈਂ ਸਿਰਫ ਮੇਰੇ ਤਾਂ ਸਿਰਫ ਹੱਥ ਚੱਲ ਰਹੇ, ਮੇਰੀ ਤਾਂ ਸਿਰਫ ਇਹ ਜਿਹੜੀ ਕਰਮ ਭੂਮੀ ਹੈ ਇਹਦੇ ਉੱਤੇ ਇਹ ਕੰਮ ਹੋ ਰਿਹਾ, ਪਰ ਇਹ ਜਿਹੜਾ ਕਰਤਾ ਹੈ ਉਹ ਹੋਰ ਕੋਈ ਹੈ। ਅਤੇ ਹੁਣ ਨਾਲ ਹੀ ਇਹ ਸੋਚ ਲਿਆ ਕਰਿਓ ਕਿ ਜਿਹੜਾ ਕਰਤਾ ਹੈ ਉਹ ਕੀ ਕਰ ਸਕਦਾ ਹੈ ਨਾ। ਕਿਆ ਜਦੋਂ ਅਸੀਂ ਝੂਠ ਬੋਲਦੇ ਹਾਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ, ਜਾਂ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਮੈਨੂੰ ਲੱਗਦਾ ਕਿ ਮੈਂ ਸੁਪੀਰੀਅਰ ਹਾਂ, ਫਲਾਣਾ ਬੰਦਾ ਇਨਫੀਰੀਅਰ ਆ, ਜਦੋਂ ਆਪਾਂ ਇਹ ਗੱਲਾਂ ਸਮਝਣ ਦੀ, ਅਤੇ ਇਹ ਸੋਚੋ ਕਿ ਕਿਆ ਜਿਹੜਾ ਕਰਤਾ ਹੈ ਜੋ ਪਰਮਾਤਮਾ ਹੈ ਉਹ ਕਿਸੇ ਨੂੰ ਇਨਫੀਰੀਅਰ ਸਮਝ ਸਕਦਾ? ਨਹੀਂ ਸਮਝ ਸਕਦਾ। ਇਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸੱਚ ਨੂੰ ਆਪਣੇ ਆਚਾਰ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰੀਏ। ਇੱਕ ਫਸਟ ਜਿਹੜਾ ਪੁਆਇੰਟ ਆ ਟੂ ਡੂ ਲਿਸਟ ਦਾ ਉਹ ਇਹ ਆ, ਆਪਣੀ ਬੁੱਧੀ ਦੇ ਨਾਲ ਇੰਟਰਪ੍ਰੀਟੇਸ਼ਨ ਕਰੀਏ, ਪਰ ਇੰਟਰਪ੍ਰੇਟ ਕਰਕੇ ਇਹ ਨਾ ਸੋਚ ਲਈਏ ਕਿ ਮੈਂ ਹੀ ਸਰਵ ਪਰੇ ਹਾਂ। ਮੇਰੇ ਦਿਮਾਗ 'ਚ ਕਦੀ ਇਹ ਨਾ ਆ ਜਾਏ ਕਿ ਮੈਨੂੰ ਸਮਝ ਆ ਗਈ ਬਸ ਇਹੀ ਲਾਸਟ ਸੱਚ ਆ, ਇਸ ਤੋਂ ਬਾਅਦ ਤਾਂ ਕੋਈ ਸੱਚ ਹੀ ਨਹੀਂ ਹੈ। ਆਪਣੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੀਏ। ਸੋ ਮੁੱਕਦੀ ਗੱਲ ਜਿਹੜਾ ਆਪਾਂ ਇਹਨੂੰ ਅਗਰ ਇੱਕ ਨਟਸ਼ੈਲ ਦੇ ਵਿੱਚ ਕਹਿਣਾ ਹੋਵੇ ਤਾਂ ਉਹ ਇਹ ਆ ਕਿ ਆਪਾਂ ਆਪਣੇ ਅੰਦਰੋਂ ਜਿਹੜੀ ਹੰਕਾਰ ਹੈ ਨਾ ਉਹਨੂੰ ਮਾੜਾ ਹੌਲੀ ਹੌਲੀ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ, ਹੰਕਾਰ ਮਾਰਨਾ ਸ਼ੁਰੂ ਕਰੀਏ। ਉਹ ਕਿਸੇ ਤਰ੍ਹਾਂ ਦਾ ਵੀ ਈਗੋ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ, ਸਪਿਰਿਚੁਅਲ ਈਗੋ, ਸੁਪਰੀਮੇਸੀ ਦੀ ਈਗੋ, ਸੁਪਰੀਓਰਿਟੀ ਦੀ ਈਗੋ। ਤੁਹਾਨੂੰ ਲੱਗਦਾ ਤੁਹਾਡੇ ਕੋਲ ਪੈਸਾ ਬਹੁਤ ਆ, ਤੁਹਾਨੂੰ ਲੱਗਦਾ ਤੁਸੀਂ ਪਰਮਾਤਮਾ ਨੂੰ ਮਿਲ ਹੀ ਚੁੱਕੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਈਗੋ ਹੈ ਤਾਂ ਉਹਨੂੰ ਆਪਣੀ ਹੌਲੀ ਹੌਲੀ ਖ਼ਤਮ ਕਰਨਾ ਸ਼ੁਰੂ ਕਰੀਏ। ਅਗਲਾ ਪੁਆਇੰਟ ਜਦੋਂ ਆਪਾਂ ਇਹ ਕਰ ਲਾਂਗੇ, ਫਿਰ ਦੂਸਰਾ ਜਿਹੜਾ ਸੈਕਿੰਡ ਟੂ ਡੂ ਲਿਸਟ ਆ ਉਹ ਇਹ ਆ, ਉਹ ਜਿਹੜਾ ਫਿਰ ਸੱਚ ਨੂੰ ਆਪਣੀ ਜ਼ਿੰਦਗੀ ਸੱਚੋ ਰੇ ਸਭ ਕੋ ਉੱਪਰ ਸੱਚ ਆਚਾਰ, ਉਹਦੇ ਨਾਲ ਅਸੀਂ ਸਾਰਿਆਂ ਨੂੰ ਇੱਕੋ ਜੋਤ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ ਵਾਲੀ ਗੱਲ ਦੇ ਉੱਤੇ ਆਈਏ। ਤਾਂ ਉਹਦੇ ਹੁਣ ਜਦੋਂ ਤੁਸੀਂ ਸੱਚ ਦੀ ਰਾਹ 'ਤੇ ਚੱਲੋਗੇ ਨਾ ਤਾਂ ਤੁਹਾਨੂੰ ਸਮਝ ਆਊਗੀ ਕਿ ਗੁਰੂ ਨਾਨਕ ਪਾਤਸ਼ਾਹ ਫਸਟ ਵੋਇਸ ਹੈ ਹਿਊਮਨ ਰਾਈਟਸ ਦੀ। ਸਭ ਤੋਂ ਪਹਿਲਾਂ ਬਾਬਰ ਨੂੰ ਜਾਬਰ ਕਹਿ ਦੇਣਾ ਉਹ ਸਿਰਫ ਇੱਕ ਨਿਰਵੈਰ ਹੋਣ ਦੀ ਗੱਲ ਹੀ ਨਹੀਂ ਆ, ਉਹ ਬਕਾਇਦਾ ਹਿਊਮਨ ਰਾਈਟਸ ਦੀ ਪਹਿਲੀ ਆਵਾਜ਼ ਹੈ। ਤਾਂ ਆਪਾਂ ਇਹ ਦੇਖੀਏ ਕਿ ਆਪਣੇ ਆਸ-ਪਾਸ ਜਦੋਂ ਵੀ ਹਿਊਮਨ ਰਾਈਟਸ ਦਾ ਘਾਣ ਹੁੰਦਾ ਆ ਕਿਸੇ ਦੇ ਵੀ, ਚਾਹੇ ਉਹ ਕੋਈ ਵੀ, ਚਾਹੇ ਸਾਡਾ ਦੁਸ਼ਮਣ ਹੀ ਕਿਉਂ ਨਹੀਂ ਆ, ਚਾਹੇ ਉਹ ਕਿਸੇ ਛੋਟੇ ਪੱਧਰ 'ਤੇ ਕਿਉਂ ਨਹੀਂ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ, ਤਾਂ ਅਸੀਂ ਕਿਆ ਬੋਲਦੇ ਹਾਂ? ਜਦ ਤੱਕ ਅਸੀਂ ਅਗਰ ਅਸੀਂ ਬੋਲਦੇ ਹਾਂ ਤਾਂ ਕਿਆ ਅਸੀਂ ਸੱਚ ਦੇ ਵੱਲ ਖੜ੍ਹੇ ਹਾਂ ਕਿ ਅਸੀਂ ਆਪਣੀ ਯਾਰੀਆਂ ਦੋਸਤੀਆਂ ਪਗਾਉਣ ਦੇ ਵਾਸਤੇ ਖੜ੍ਹੇ ਹਾਂ? ਇੰਨੀ ਕੁ ਗੱਲ ਆਪਾਂ ਸਮਝ ਲਈਏ। ਤੀਸਰੀ ਗੱਲ ਜਿਹੜੀ ਆ ਜਦੋਂ ਇੱਥੋਂ ਤੱਕ ਪਹੁੰਚਾਂਗੇ ਫਿਰ ਆਊਗੀ ਕਿ ਸਾਰਾ ਕੁਝ ਜੋ ਵੀ ਹੋਵੇ ਹੁਕਮ ਦੇ ਵਿੱਚ ਮੰਨੀਏ। ਸੱਚ ਦੇ ਰਸਤੇ 'ਤੇ ਚੱਲਦਿਆਂ ਅਕਸਰ ਜਿਹਨੂੰ ਕਹਿ ਵੀ ਦਿੰਦੇ ਆ ਕਿ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਆ, ਤਾਂ ਤੁਹਾਨੂੰ ਮੁਸ਼ਕਿਲਾਂ ਆਉਣੀਆਂ ਹੀ ਆਉਣੀਆਂ। ਤਾਂ ਆਪਣੇ ਆਪ ਨੂੰ ਤਿਆਰ ਰੱਖੀਏ ਕਿ ਜੋ ਵੀ ਹੋਊਗਾ ਉਸ ਮਾਲਕ ਦੀ ਰਜ਼ਾ ਦੇ ਵਿੱਚ ਹੋਊਗਾ। ਜੇ ਉਹਨੇ ਸਾਨੂੰ ਚੰਗਾ ਦੇਣਾ ਚੰਗਾ ਸਹੀ, ਜੇ ਮਾੜਾ ਦਿੱਤਾ ਤਾਂ ਵੀ ਠੀਕ ਹੈ ਨਾ। ਇਹ 3 ਸਟੈਪਸ ਨੇ। ਜਦੋਂ ਆਪਾਂ ਇਹਨਾਂ 3 ਸਟੈਪਸ ਦੇ ਉੱਤੇ ਚੱਲਾਂਗੇ ਤਾਂ ਇਹਦੇ ਨਾਲ ਸਾਨੂੰ ਗੁਰਬਾਣੀ ਦਾ ਪੱਲਾ ਫੜ ਕੇ ਚੱਲਣਾ ਪੈਣਾ। ਹੁਣ ਗੁਰਬਾਣੀ ਦਾ ਪੱਲਾ ਆਪਾਂ ਕਿੱਦਾਂ ਫੜੀਏ, ਇਹ ਵੀ ਗੱਲ ਇੰਪੋਰਟੈਂਟ ਹੈ ਕਿ ਗੁਰਬਾਣੀ ਦਾ ਪੱਲਾ ਕਿੱਦਾਂ ਫੜੀਏ। ਇੱਥੇ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਫੇਰ ਸਮਝਾ ਦਿੰਦੇ ਆ, ਔਰ ਉਹ ਕਹਿੰਦੇ ਕਿ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚਲੇ ਮਾਇਆ ਕਾ ਵਪਾਰ। ਇਹ ਗੱਲ ਬੜੀ ਸਿੰਪਲ ਜੀ ਔਰ ਬੜੀ ਇੰਪੋਰਟੈਂਟ ਆ ਜੋ ਸਾਨੂੰ ਸਮਝਣੀ ਪਊਗੀ। ਔਰ ਇਹਦੇ 'ਚ 2 ਗੱਲਾਂ ਅਹਿਮ ਹੈ। ਇੱਕ ਇਹ ਕਿ ਪੰਡਿਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਕਿ ਪੰਡਿਤ ਜਿਹੜੇ ਆ, ਹੁਣ ਪੰਡਿਤ ਦਾ ਮਤਲਬ ਇਹ ਨਹੀਂ ਕਿ ਸਿਰਫ ਇੱਕ ਬ੍ਰਾਹਮਣ ਨੂੰ ਕਿਹਾ ਗਿਆ, ਉਹ ਹਰ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਸਾਰਾ ਕੁਛ ਗਿਆਨ ਹੈ, ਉਹਦੇ ਵਿੱਚ ਮੈਂ ਵੀ ਆ ਸਕਦੀ ਹਾਂ, ਤੁਸੀਂ ਵੀ ਆ ਸਕਦੇ ਹਾਂ, ਕੋਈ ਵੀ ਹੋ ਸਕਦਾ ਜਿਹਨੂੰ ਲੱਗਦਾ ਕਿ ਮੇਰੇ ਤੋਂ ਵਧੀਆ ਗਿਆਨ ਕੋਈ ਨਹੀਂ। ਔਰ ਉਹ ਪੋਥੀਆਂ ਦਾ ਮਤਲਬ ਚਾਹੇ ਉਹ ਤੁਸੀਂ ਗੁਰਬਾਣੀ ਦੀ ਗੱਲ ਲਾ ਲਓ, ਚਾਹੇ ਉਹ ਤੁਸੀਂ ਵੇਦਾਂ ਦੀ ਗੱਲ ਲਾ, ਜੋ ਵੀ ਤੁਸੀਂ ਤੁਹਾਡੇ ਕੋਲ ਜਿਹਨੂੰ ਵੀ ਤੁਸੀਂ ਮੰਨਦੇ ਆ, ਤੁਸੀਂ ਉਹਨੂੰ ਸਿਰਫ ਪੜ੍ਹਦੇ ਆ ਔਰ ਉਹਦੇ ਉੱਤੇ ਵਿਚਾਰ ਨਹੀਂ ਕਰਦੇ। ਵਿਚਾਰ ਕਰਨ ਦਾ ਮਤਲਬ ਹੈ ਕਿ ਤੁਸੀਂ ਉਹਨੂੰ ਆਪਣੀ ਬੋਡੀ, ਆਪਣੀ ਇਸ ਲਾਈਫ ਦੇ ਵਿੱਚ ਜਿਹੜਾ ਹੈ ਉਹਨੂੰ ਮੈਨੀਫੈਸਟ ਨਹੀਂ ਕਰਦੇ। ਤੁਸੀਂ ਉਹਦਾ ਜੋ ਉਹਦੇ ਵਿੱਚ ਲਿਖਿਆ ਹੋਇਆ ਤੁਸੀਂ ਉਹਨੂੰ ਅਪਣਾਉਂਦੇ ਨਹੀਂ, ਤੁਸੀਂ ਸਿਰਫ ਪੜ੍ਹ ਕੇ ਆਪਣਾ ਇੱਕ ਕਰਮ ਕਾਂਡ ਦੇ ਵਾਂਗੂ ਗੱਲ ਖ਼ਤਮ ਕਰ ਲੈਂਦੇ ਆ। ਉਹ ਇੱਕ ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਪੋਥੀਆਂ ਪੜ੍ਹਦੇ ਹੋ ਔਰ ਵਿਚਾਰ ਨਹੀਂ ਕਰਦੇ, ਇੱਕ ਤਾਂ ਗੱਲ ਇਹ ਆ। ਦੂਸਰੀ ਗੱਲ ਜਿਹੜੀ ਆ ਉਹ ਕਹਿੰਦੇ ਅੰਨ ਕੋ ਮਤੀ ਦੇ, ਬਾਕੀਆਂ ਨੂੰ ਤਾਂ ਮੱਤ ਦਿੰਦਾ ਆ ਉਹ ਪੜ੍ਹ ਕੇ ਕਿ ਇਹਦੇ 'ਚ ਆਹ ਕਰੋ, ਪਰ ਆਪ ਜਿਹੜਾ ਆ ਉਹ ਉਹਦੇ 'ਤੇ ਚੱਲਦਾ ਨਹੀਂ ਹੈ ਨਾ। ਇਹ ਮਾਇਆ ਦਾ ਵਪਾਰ ਆ। ਹੁਣ ਇਹ ਦੂਸਰੀ ਗੱਲ ਆ। ਪਹਿਲੀ ਗੱਲ ਕਿ ਪੋਥੀ ਪੜ੍ਹ ਕੇ ਵਿਚਾਰ ਨਾ ਕਰਨਾ, ਔਰ ਦੂਸਰੀ ਗੱਲ ਕਿ ਬਾਕੀਆਂ ਨੂੰ ਮੱਤ ਦੇਈ ਜਾਣਾ, ਆਪਣੇ ਆਪ ਉਹ ਕੰਮ ਕਰਨਾ ਨਹੀਂ, ਔਰ ਇਹ ਮਾਇਆ ਦਾ ਵਪਾਰ ਆ। ਪਾਤਸ਼ਾਹ ਕਹਿੰਦੇ ਨੇ ਆਪਾਂ ਇਹਨਾਂ ਦੋਨਾਂ ਹੀ ਚੀਜ਼ਾਂ ਨੂੰ ਜਿਹੜਾ ਨਾ ਉਹਨੂੰ 1 by 1 ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਆਪਾਂ ਸਮਝਦੇ ਹਾਂ ਕਿ ਜਿਹੜਾ ਲੋਕਾਂ ਨੂੰ ਉਪਦੇਸ਼ ਦੇਣਾ ਪਰ ਆਪ ਨਾ ਕਰਨਾ ਹੈ ਨਾ, ਉਹਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ। ਸਮਾਂ ਆਪਣੇ ਕੋਲ ਮੈਨੂੰ ਲੱਗਦਾ ਖ਼ਤਮ ਹੋ ਗਿਆ, ਪਰ ਇੱਥੋਂ ਹੀ ਆਪਾਂ ਅਗਲੀ ਵਾਰੀ ਸ਼ੁਰੂ ਕਰਾਂਗੇ। ਔਰ ਮੈਂ ਅਗਲੀ ਵਾਰੀ ਜਿਹੜਾ ਅਗਲਾ ਐਪੀਸੋਡ ਆ ਆਈ ਥਿੰਕ ਕਿ ਉਹ
ਗੁਰੂ ਸ਼ਬਦ ਦੇ ਉੱਤੇ ਮੈਨੂੰ ਲੱਗਦਾ ਜੋ ਵੀ ਸਾਡੀ ਡਿਸਕਸ਼ਨ ਹੈ ਉਹ ਆਖਰੀ ਹੋਊਗੀ। ਉਸ ਤੋਂ ਬਾਅਦ ਵੀ ਤੁਹਾਡੇ ਜਿਹੜੇ ਵੀ ਤੁਹਾਡੇ ਵਿਚਾਰ ਹੋਣ ਜਾਂ ਤੁਸੀਂ ਸਾਡੇ ਨਾਲ ਇਹੋ ਜਿਹੀਆਂ ਕੋਈ ਵੀ ਗੱਲ ਸਾਂਝੀ ਕਰਨੀ ਚਾਹੁੰਦੇ ਆ, ਤੁਹਾਨੂੰ ਮੇਰੇ ਕਿਸੇ ਗੱਲ ਦੇ ਵਿੱਚ ਕੋਈ ਚੀਜ਼ ਠੀਕ ਨਹੀਂ ਲੱਗੀ ਜਾਂ ਠੀਕ ਲੱਗੀ ਆ, ਤੁਸੀਂ ਸਾਨੂੰ ਜ਼ਰੂਰ ਲਿਖੋ kirdarekhalsa@akalchannel.tv। ਮੈਂ ਤੁਹਾਡੀ ਹਰ ਇੱਕ ਈਮੇਲ ਦਾ ਜਵਾਬ ਦੇਣ ਦਾ ਕੋਸ਼ਿਸ਼ ਕਰਦੀ ਹਾਂ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਇੱਕ ਈਮੇਲ ਨੂੰ ਆਪ ਪੜ੍ਹਾਂ ਔਰ ਆਪ ਉਹਦਾ ਜਵਾਬ ਦੇਵਾਂ ਔਰ ਮੈਂ ਦਿੰਦੀ ਵੀ ਹਾਂ। ਮੈਨੂੰ ਤੁਹਾਡੇ ਹਰ ਇੱਕ ਈਮੇਲ ਦੇ ਵਿੱਚ ਅਗਰ ਜਦੋਂ ਮੈਨੂੰ ਇਹ ਪਤਾ ਲੱਗਦਾ ਕਿ ਆਹ ਚੀਜ਼ ਮੈਂ ਕੁਛ ਗਲਤ ਬੋਲੀ ਜਾਂ ਠੀਕ ਬੋਲੀ ਤਾਂ ਉਹਦੇ ਨਾਲ ਇੱਕ ਬੜਾ ਬਲ ਮਿਲਦਾ ਆ। ਤੋ ਆਈ ਰਿਕੁਐਸਟ ਯੂ ਆਲ ਕਿ ਆਪ ਲਿਖਦੇ ਰਹੋ ਹਮੇਸ਼ਾ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ, ਮੇਰੇ ਉੱਤੇ ਵੀ ਇੱਕ ਲਗਾਮ ਰਹੇ ਕਿ ਮੈਂ ਆਪਣੇ ਆਪ ਨੂੰ ਮੇਰੀ ਵੀ ਈਗੋ ਜਿਹੜੀ ਆ ਉਹ ਗਰਾਊਂਡਡ ਰਹਿਣੀ ਚਾਹੀਦੀ ਆ। ਇਸ ਕਰਕੇ ਤੁਸੀਂ ਸਾਰੇ ਮੈਨੂੰ ਲਿਖਦੇ ਰਹੋ, ਦੱਸਦੇ ਰਹੋ ਕਿ ਮੈਂ ਕਿੱਥੇ ਗਲਤ ਹਾਂ। ਸ਼ਾਬਾਸ਼ ਦਾ ਤੁਸੀਂ ਨਾ ਵੀ ਈਮੇਲ ਕਰੋਗੇ ਤਾਂ ਚੱਲਦਾ ਆ, ਪਰ ਇਹ ਜ਼ਰੂਰ ਦੱਸ ਦਿਆ ਕਰੋ ਕਿ ਮੈਂ ਗਲਤੀ ਕਿੱਥੇ ਕੀਤੀ ਆ ਜਾਂ ਮੈਨੂੰ ਹੋਰ ਕੀ ਐਡ ਕਰਨਾ ਚਾਹੀਦਾ ਸੀਗਾ। ਔਰ ਮੈਂ ਖੁੱਲ੍ਹੇ ਮਨ ਦੇ ਨਾਲ ਉਹ ਇਹਦੇ ਵਿੱਚ ਐਡ ਕਰਨ ਦੇ ਵਾਸਤੇ ਬਿਲਕੁਲ ਹਮੇਸ਼ਾ ਤਿਆਰ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਵੀ ਚੀਜ਼ਾਂ ਮੈਂ ਡਿਸਕਸ ਕਰ ਰਹੀ ਹਾਂ ਸਿਰਫ ਮੇਰੀ ਜਿਹੜੀ ਛੋਟੀ ਜਿਹੀ ਬੁੱਧੀ ਆ ਉਹਦੇ ਅਕੋਰਡਿੰਗ ਮੈਂ ਡਿਸਕਸ ਕਰਦੀ ਹਾਂ। ਬਹੁਤ ਕੁਛ ਐਸਾ ਜੋ ਰਹਿ ਜਾਂਦਾ ਆ। ਸੋ ਤੁਸੀਂ ਜ਼ਰੂਰ ਲਿਖਦੇ ਰਹੋ ਤਾਂ ਕਿ ਮੈਂ ਉਹਨੂੰ ਹੋਰ ਵੀ ਐਡ ਕਰਦੀ ਰਹਾਂ। ਅੱਜ ਦਾ ਇਸ ਐਪੀਸੋਡ ਦੀ ਮੈਨੂੰ ਲੱਗਦਾ ਕਿ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅਗਲਾ ਐਪੀਸੋਡ ਇਹਨਾਂ ਹੀ 2 ਚੀਜ਼ਾਂ ਤੋਂ ਆਪਾਂ ਸ਼ੁਰੂ ਕਰਾਂਗੇ ਅੱਗੇ, ਔਰ ਮੈਨੂੰ ਲੱਗਦਾ ਕਿ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰੂ ਸ਼ਬਦ ਦੀ ਜਿਹੜੀ ਡਿਸਕਸ਼ਨ ਹੈ ਉਹਨੂੰ ਆਪਾਂ ਸਮਾਪਤੀ ਕਰਾਂਗੇ ਔਰ ਫਿਰ ਆਪਾਂ ਅੱਗੇ ਚੱਲਾਂਗੇ ਭਗੌਤੀ, ਕਿਉਂਕਿ ਆਪਾਂ ਅਰਦਾਸ ਦੀ ਗੱਲ ਕਰ ਰਹੇ ਸੀਗੇ। ਤਾਂ ਅਰਦਾਸ ਜਿਹੜੀ ਹੈ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਏ, ਅਤੇ ਅਗਲਾ ਜਿਹੜਾ ਅੱਖਰ ਹੈ ਉਹ ਭਗੌਤੀ ਮੈਂ ਲਊਂਗੀ, ਉਹਦੇ ਉੱਤੇ ਆਪਾਂ ਗੱਲ ਕਰਾਂਗੇ। ਇੰਨੀ ਗੱਲ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ, ਮੈਨੂੰ ਦਿਓ ਇਜਾਜ਼ਤ। ਅਗਲੀ ਵਾਰੀ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।